ਸਿੰਘ ਨੇ ਕਿ ਅਸੀਂ ਬੁੱਧਵਾਰ ਤੁਹਾਡੀ ਮੀਟਿੰਗ ਦਾ ਹੱਲ ਕਰਾਂਗੇ, ਪਰ ਜੋ ਆਪਦੀ ਸੱਤਾ ਦੇ ਵਿੱਚ ਆਪਦੀ ਕੁਰਸੀ ਦੇ ਚੱਕਰ ਦੇ ਵਿੱਚ ਸੱਤਾ ਦੇ ਵਿੱਚ ਇਹ ਕੁਰਸੀ ਬਚਾਉਣ ਦੇ ਚੱਕਰ 'ਚ ਅਧਿਆਪਕਾਂ ਦਾ ਸ਼ੋਸ਼ਣ ਕਰ ਰਹੇ, ਅਧਿਆਪਕਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕਰ ਰਹੇ। ਹੁਣ ਮੁੱਖ ਮੰਤਰੀ ਨਿਵਾਸ ਨੂੰ ਜਾਵਾਂਗੇ, ਜੇ ਕੋਈ ਜਾਨੀ ਨੁਕਸਾਨ ਹੋਇਆ ਤਾਂ ਜ਼ਿੰਮੇਵਾਰ ਇੱਥੋਂ ਦਾ ਕੈਪਟਨ ਅਮਰਿੰਦਰ ਸਿੰਘ ਹੋਊਗਾ। ਪਿਛਲੀ ਵਾਰ ਵੀ ਤੁਹਾਨੂੰ ਜਿਹੜਾਗਾ ਰੋਕਿਆ ਗਿਆ ਸੀਗਾ, ਅਥਰੂ ਗੈਸ ਦਾ ਇਸਤੇਮਾਲ ਉੱਥੇ ਕੀਤਾ ਗਿਆ ਸੀਗਾ, ਲਗਾਤਾਰ ਦੇਖਿਆ ਗਿਆ ਕਾਫੀ ਜਿਹੜੇ ਟੀਚਰ ਜ਼ਖਮੀ ਵੀ ਹੋਏ ਸੀਗੇ ਤੇ ਪੁਲਿਸ ਵੱਲੋਂ ਹੁਣ ਇੱਕ ਵਾਰਨਿੰਗ ਵੀ ਦਿੱਤੀ ਜਾ ਰਹੀ ਹੈ। ਤੁਸੀਂ ਦੇਖ ਸਕਦੇ ਹੋ ਚੰਡੀਗੜ੍ਹ ਪੁਲਿਸ ਵੱਲੋਂ ਉੱਥੇ ਲਿਖ ਕੇ ਲਗਾਇਆ ਗਿਆ ਕਿ ਅੱਗੇ ਵਧੋਗੇ ਤਾਂ ਤੁਹਾਡੇ ਉੱਪਰ ਕਾਰਵਾਈ ਹੋਏਗੀ, ਕਿਉਂਕਿ ਚੰਡੀਗੜ੍ਹ ਦੇ ਵਿੱਚ ਧਾਰਾ 144 ਲਗਾਈ ਗਈ ਹੈ। ਦੇਖੋ ਜੀ, ਧਾਰਾ 144 ਮੈਂ ਪਹਿਲਾਂ ਹੀ ਬੋਲਿਆ, ਸਾਡੇ ਤਾਂ 18 ਸਾਲ ਦੀ ਲੱਗੀ ਹੋਈ ਆ, ਸਾਡਾ ਕੈਰੀਅਰ ਖਰਾਬ ਹੋ ਗਿਆ। ਅਸੀਂ 144 ਨੂੰ ਨਹੀਂ ਕੁਛ ਹੀ ਮੰਨਦੇ, ਕਿਉਂਕਿ ਕਾਰਨ ਕੀ ਹੈ, ਸਾਡੀ ਜ਼ਿੰਦਗੀ ਬਰਬਾਦ ਹੋ ਗਈ ਹੈ। ਅਸੀਂ ਅੱਗੇ ਵਧਾਂਗੇ, ਜੇ ਕੋਈ ਜਾਨੀ ਨੁਕਸਾਨ ਹੋਗਾ ਤਾਂ ਪ੍ਰਸ਼ਾਸਨ ਤੇ ਸਰਕਾਰ ਜ਼ਿੰਮੇਵਾਰ ਹੋਊਗੀ, ਮੁੱਖ ਮੰਤਰੀ ਕਾਫੀ ਜਿਹੜੀਆਂ ਗਿਆ ਮਹਿਲਾ ਅਧਿਆਪਕ ਵੀ ਜਿਹੜੀਆਂ ਕਾਫੀ ਜ਼ਖਮੀ ਹੋਏ ਸੀਗੀਆਂ, ਉਹਨਾਂ ਨਾਲ ਵੀ ਜਿਹੜਾਗਾ ਅਥਰੂ ਗੈਸ ਪਾਣੀ ਦੀਆਂ ਬਸ਼ਾਰਾਂ ਦੇ ਬੈਰੀਕੇਡ ਦੇ ਵਿੱਚ ਵੀ ਫਸੀਆਂ ਹੋਈਆਂ ਸੀਗੀਆਂ। ਅੱਜ ਕੋਈ ਤੁਹਾਡੀ ਮੀਟਿੰਗ ਨਹੀਂ ਹੋਈ ਵੀ ਇੱਦਾਂ ਦੀ ਕੋਈ ਸਥਿਤੀ ਨਾ ਆਵੇ? ਪ੍ਰਸ਼ਾਸਨ ਬਾਰ-ਬਾਰ ਲਾਰੇ ਲਾਉਂਦਾ ਰਿਹਾ ਕੱਲ ਤੋਂ ਲੈ ਕੇ, ਜਿੰਨਾ ਚਿਰ ਅਸੀਂ ਕਦੇ ਗੱਲਬਾਤ 'ਚ ਪਏ ਆ, ਅਸੀਂ ਕਦੇ ਗੱਲਬਾਤ ਤੋਂ ਪਿੱਛੇ ਹੀ ਨਹੀਂ ਹਟੇ। ਸਰਕਾਰ ਨੇ ਟਾਲ ਮਟੋਲ ਦੀ ਨੀਤੀ ਖੇਡੀ ਹੈ। ਹੁਣ ਸਰਕਾਰ ਦੇ ਉੱਤੇ ਫੈਸਲਾ ਸੀ, ਅਸੀਂ ਸੀਐਮ ਦੀ ਮੀਟਿੰਗ ਮੰਗੀ ਸੀ, ਇਹਨਾਂ ਨੇ ਸੀਐਮ ਦੀ ਮੀਟਿੰਗ ਦਾ ਕੋਈ ਹੱਲ ਨਹੀਂ ਕੀਤਾ ਜਾਂ ਸੀਐਮ ਨੇ ਸਮਾਂ ਨਹੀਂ ਦਿੱਤਾ। ਫੈਸਲਾ ਸਾਡਾ ਸੀ, ਅਸੀਂ 12 ਵਜੇ ਤੱਕ ਦਾ ਸਰਕਾਰ ਨੂੰ ਸਮਾਂ ਦਿੱਤਾ ਸੀ, ਪ੍ਰਸ਼ਾਸਨ ਨੂੰ ਸਮਾਂ ਦਿੱਤਾ ਸੀ। ਪ੍ਰਸ਼ਾਸਨ ਇਸ ਗੱਲ ਦੇ ਵਿੱਚ ਫੇਲ ਹੈ, ਸਰਕਾਰ ਫੇਲ ਹੈ। ਅਸੀਂ ਆਪਦੇ ਫੈਸਲੇ ਕੀਤੇ ਆ ਕਿ ਅਸੀਂ ਅੱਗੇ ਪਿਛਲੀ ਵਾਰ ਅਥਰੂ ਗੈਸ ਲੈ ਕੇ ਆਏ ਸੀ, ਜੇਕਰ ਇਸ ਵਾਰ ਇਹਨਾਂ ਕੋਲੇ ਗੋਲੀਆਂ ਦਾ ਇੰਤਜ਼ਾਮ ਆ ਤਾਂ ਉਹ ਗੋਲੀਆਂ ਵੀ ਬਰਾ ਸਕਦੇ ਆ। ਸਾਡੇ ਸਾਥੀ ਜਿਹੜੇ ਪਿੱਛੇ ਹਟਣ ਵਾਲੇ ਨਹੀਂ ਆਏ, ਇਹ ਕਫਨ ਬੰਨ ਕੇ ਆਏ ਆ, ਜਿੰਨੀ ਲੇਅਰ ਸੀ ਟੀਮ ਹੈ ਇਹ ਸਰਕਾਰ ਨੂੰ ਚੇਤਾਵਨੀ ਦਿੰਨੇ ਆ ਵੀ ਸਰਕਾਰ ਫੈਸਲਾ ਕਰੇ ਇਹਨਾਂ ਦੇ ਹੱਕ 'ਚ, ਹੁਣੇ ਕਰੇ ਬੈਠੇ। ਅਸੀਂ ਬਿਲਕੁਲ ਜੀ, ਲਗਾਤਾਰ ਪ੍ਰੋਟੈਸਟ ਜਾਰੀ ਹੈ। ਤੁਹਾਨੂੰ ਦਿਖਾ ਦਈਏ ਕਿ ਮੋਹਾਲੀ ਦਾ ਬੈਰੀਕੇਡ ਤੋੜ ਕੇ ਅੱਗੇ ਵਧ ਆਏ ਨੇ ਤੇ ਅੱਗੇ ਦੂਜੇ ਪਾਸੇ ਚੰਡੀਗੜ੍ਹ ਦਾ ਬੈਰੀਅਰ ਹੈਗਾ। ਤੁਸੀਂ ਦੇਖ ਸਕਦੇ ਹੋ ਕਿ ਚੰਡੀਗੜ੍ਹ ਪੁਲਿਸ ਵੱਲੋਂ ਵੀ ਜਿਹੜਾਗਾ ਨਾਕਾ ਲਗਾਇਆ ਗਿਆ। ਨਾਕੇ ਦੇ ਨਾਲ ਨਾਲ ਚੰਡੀਗੜ੍ਹ ਪੁਲਿਸ ਵੱਲੋਂ ਇੱਕ ਚੇਤਾਵਨੀ ਵੀ ਜਿਹੜੀ ਹੈਗੀ ਇਹਨਾਂ ਨੂੰ ਦਿੱਤੀ ਜਾ ਰਹੀ ਕਿ ਚੰਡੀਗੜ੍ਹ ਦੇ ਵਿੱਚ ਧਾਰਾ 144 ਲੱਗੀ ਹੋਈ ਹੈ। 60 ਦਿਨਾਂ ਵਾਸਤੇ ਜਿਹੜਾਗਾ 16 ਤਰੀਕ ਤੱਕ 16 ਸਤੰਬਰ ਤੱਕ ਧਾਰਾ 144 ਚੰਡੀਗੜ੍ਹ ਦੇ ਵਿੱਚ ਲਗਾਈ ਗਈ। ਚੰਡੀਗੜ੍ਹ ਪੁਲਿਸ ਵੱਲੋਂ ਨੋਟਿਸ ਬੋਰਡ ਜਿਹੜਾ ਇਹਨਾਂ ਨੂੰ ਲਗਾਇਆ ਗਿਆ ਗਾ ਤਾਂ ਕਿ ਇਹਨਾਂ ਦੇ ਉੱਪਰ ਜਿਹੜੀ ਕਾਰਵਾਈ ਹੋਏਗੀ। ਤੁਸੀਂ ਇਹ ਦੇਖ ਸਕਦੇ ਹੋ ਕਿ ਕੱਚੇ ਅਧਿਆਪਕਾਂ ਵੱਲੋਂ ਬੈਰੀਕੇਡ ਤੋੜ ਕੇ, ਮੋਹਾਲੀ ਦਾ ਬੈਰੀਕੇਡ ਤੋੜ ਕੇ ਅੱਗੇ ਵਧਿਆ ਇਹਨੇ ਤੇ ਚੰਡੀਗੜ੍ਹ ਪੁਲਿਸ ਵੱਲੋਂ ਚੇਤਾਵਨੀ ਜਿਹੜਾਗਾ ਬੈਰੀਕੇਡ ਲੈ ਕੇ ਲਗਾ ਕੇ ਇਹਨਾਂ ਨੂੰ ਚੇਤਾਵਨੀ ਦਿੱਤੀ ਜਾ ਰਹੀ ਹੈ। ਦੂਜੇ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਕੱਚੇ ਅਧਿਆਪਕ ਜਿਹੜੇ ਕਿ ਲਗਾਤਾਰ ਪਿਛਲੇ 36 ਦਿਨਾਂ ਤੋਂ ਸਿੱਖਿਆ ਵਿਭਾਗ ਦੀ ਬਿਲਡਿੰਗ ਦੇ ਵਿੱਚ ਡਟੇ, ਅੱਜ ਉਹਨਾਂ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਘਰ ਦਾ ਘਿਰਾਓ ਕੀਤਾ ਜਾ ਰਿਹਾ ਤੇ ਪਹਿਲਾ ਬੈਰੀਕੇਡ ਤੋੜ ਕੇ ਜਿਹੜਾ ਕਿ ਮੋਹਾਲੀ ਦੇ ਵਿੱਚ ਬੈਰੀਕੇਡ ਲੱਗਿਆ ਸੀਗਾ ਉਹਨੂੰ ਤੋੜ ਕੇ ਅੱਗੇ ਵਧ ਆਏ ਨੇ ਤੇ ਹੌਸਲੇ ਇਹਨਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਦਾ ਇਹੀ ਕਹਿਣਾ ਕਿ ਹੌਸਲੇ ਇਹਨਾਂ ਦੇ ਬੁਲੰਦ ਨੇ ਤੇ ਅਸੀਂ ਆਪਣੀ ਜਿੱਤ ਹਾਸਲ ਕਰਕੇ ਹੀ ਜਾਵਾਂਗੇ। ਸਮਰ ਜੀ, ਅੱਜ ਫਿਰ ਤੁਸੀਂ ਜਿਹੜਾਗਾ ਮੋਹਾਲੀ ਵੱਲ ਵੱਧ ਰਹੇ ਹੋ, ਚੰਡੀਗੜ੍ਹ ਵੱਲ ਵੱਧ ਰਹੇ ਹੋ। ਚੰਡੀਗੜ੍ਹ ਪੁਲਿਸ ਵੱਲੋਂ ਚੇਤਾਵਨੀ ਦਿੱਤੀ ਜਾ ਰਹੀ ਹੈ, ਨੋਟਿਸ ਬੋਰਡ ਲਗਾਇਆ ਹੋਏਗਾ ਵੀ ਅੱਗੇ ਵਧੋਗੇ ਤਾਂ ਕਾਰਵਾਈ ਹੋਏਗੀ। ਸਰ, ਅੱਗੇ ਕੈਬਨਿਟ 'ਚ ਮਤਾ ਪਾਉਣ ਲਈ ਸਾਡਾ ਫੈਸਲਾ ਹੋਇਆ ਸੀਗਾ, ਉਹ ਸਰਕਾਰ ਮੁੱਕਰ ਗਈ। ਅਸੀਂ ਆਪਦੀਆਂ ਜਾਨਾਂ ਨਾਲ ਪ੍ਰਵਾਹ ਕਰਦੇ ਹੋਏ ਸੰਘਰਸ਼ ਤੋਂ ਪਿੱਛੇ ਨਹੀਂ ਹਟਾਂਗੇ, ਚਾਹੇ ਬੈਰੀਕੇਡ ਕੀ ਤੂਫਾਨ ਲਿਆ ਦੇਣਾ, ਅਸੀਂ ਉਹਨਾਂ ਨੂੰ ਵੀ ਪਾਰ ਕਰਾਂਗੇ। ਕਿਉਂਕਿ ਸਾਨੂੰ ਪਹਿਲਾਂ ਵੀ ਅੱਗਾਂ ਲਾਉਣੀਆਂ ਪਈਆਂ ਤੀਆਂ, ਅਸੀਂ ਤਾਂ ਅੱਗਾਂ ਤੋਂ ਨਹੀਂ ਡਰੇ, ਇਹਨਾਂ ਦੇ ਗੋਲਿਆਂ ਤੋਂ ਕੀ ਡਰਾਂਗੇ। ਇਸ ਲਈ ਇਹਨਾਂ ਦੇ ਬੈਰੀ ਬੂਰੀ ਗੇਟ ਪੱਟ ਕੇ ਰਹਾਂਗੇ ਜੇ ਕੁਛ ਮਰਜ਼ੀ ਕਰ ਲੈਣ। ਮੈਡਮ, ਚੰਡੀਗੜ੍ਹ ਪੁਲਿਸ ਵੱਲੋਂ ਨੋਟਿਸ ਬੋਰਡ ਲਗਾਇਆ ਗਿਆ, ਸਾਹਮਣੇ ਤੁਹਾਨੂੰ ਚੇਤਾਵਨੀ ਦਿੱਤੀ ਜਾ ਰਹੀ ਕਿ ਤੁਸੀਂ ਅੱਗੇ ਵਧੋਗੇ ਤਾਂ ਕਾਰਵਾਈ ਹੋਏਗੀ। ਚੰਡੀਗੜ੍ਹ ਦੇ ਵਿੱਚ ਧਾਰਾ 144 ਲਗਾਈ ਗਈ ਹੈ 16 ਸਤੰਬਰ ਤੱਕ, ਕੀ ਕਹੋਗੇ ਜੀ? ਗੋਲੀਆਂ ਤੋਂ ਵੱਧ ਕਾਰਵਾਈ ਹੋ ਸਕਦੀ ਹੈ। ਅਸੀਂ ਇਹਨਾਂ ਨੂੰ ਕੱਲ ਦਾ ਕਿਹਾ ਤੁਸੀਂ ਗੋਲੀਆਂ ਦਾ ਇੰਤਜ਼ਾਮ ਕਰੋ, ਤੋਪਾਂ ਦਾ ਇੰਤਜ਼ਾਮ ਕਰੋ। ਸਾਡਾ ਨਾਰਾ ਵੀ ਇਹੀ ਹੈ, ਜਾਂ ਪੱਕਾ ਰੋਜ਼ਗਾਰ ਦਿਓ ਨਹੀਂ ਤਾਂ ਗੋਲੀ ਮਾਰ ਦਿਓ। ਗੋਲੀ ਮਾਰਨ ਤਾਂ ਸਹੀ, ਚੇਤਾਵਨੀਆਂ ਨਾਲ ਨਹੀਂ ਸਰਨਾ, ਗੋਲੀਆਂ ਮਾਰੋ। ਕੱਚੇ ਅਧਿਆਪਕਾਂ ਤੋਂ ਖਹਿੜਾ ਛਡਾਉਣਾ ਤਾਂ ਪਹਿਲਾਂ ਇਹਨਾਂ ਦੀਆਂ ਜਾਨਾਂ ਲਓ, ਇਹਨਾਂ ਦੀਆਂ ਕੁਰਬਾਨੀਆਂ ਦਿਓ, ਫੇਰ ਖਹਿੜਾ ਛੁੱਟੂਗਾ। ਜਿਉਂਦਿਆਂ ਜੀ ਕੱਚੇ ਅਧਿਆਪਕ ਇਹਨਾਂ ਦਾ ਖਹਿੜਾ ਨਹੀਂ ਛੱਡਣਗੇ, ਜਿੱਥੇ ਮਰਜ਼ੀ ਭੱਜ ਲੈਣ। ਬਿਲਕੁਲ ਜੀ, ਲਗਾਤਾਰ ਇਹਨਾਂ ਦੇ ਵਿੱਚ ਹੌਸਲਾ ਬੁਲੰਦ ਹੈ। ਇਹਨਾਂ ਦਾ ਇਹੀ ਕਹਿਣਾ ਅਧਿਆਪਕਾਂ ਦਾ ਕਿ ਜਦੋਂ ਤੱਕ ਉਹਨਾਂ ਦੀ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਇਹਨਾਂ ਦਾ ਜਿਹੜਾਗਾ ਇਸੇ ਤਰੀਕੇ ਦੇ ਨਾਲ ਜਿਹੜਾਗਾ ਪ੍ਰੋਟੈਸਟ ਜਾਰੀ ਰਹੇਗਾ। ਇਹ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਕੱਚੇ ਅਧਿਆਪਕ ਜਿਹੜੇ ਪਹੁੰਚੇ ਹੋਏ ਨੇ। ਪ੍ਰਧਾਨ ਜੀ, ਆਹ ਤੁਸੀਂ ਦੇਖ ਸਕਦੇ ਹੋ ਇੱਧਰ ਅਧਿਆਪਕਾਂ ਵੱਲੋਂ ਬੈਰੀਕੇਡ ਤੋੜ ਕੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਲਗਾਤਾਰ ਆਜ਼ਾਦੀ ਵਿੱਚ ਜਿਹੜਾ ਮੋਹਾਲੀ ਦਾ ਬੈਰੀਕੇਡ ਜਿਹੜਾ ਉਹ ਤੋੜ ਦਿੱਤਾ ਗਿਆ, ਅੱਗੇ ਵਧਿਆ ਜਾ ਰਿਹਾ। ਔਲਖ ਜੀ, ਚੇਤਾਵਨੀ ਤੁਹਾਨੂੰ ਦਿੱਤੀ ਜਾ ਰਹੀ ਹੈ
ਚੰਡੀਗੜ੍ਹ ਐਂਟਰ ਕਰਨ ਤੋਂ ਪਹਿਲਾਂ ਤੁਹਾਨੂੰ ਚੇਤਾਵਨੀ ਦਿੱਤੀ ਜਾ ਰਹੀ ਹੈ। ਉਹ ਸਾਹਮਣੇ ਤੁਸੀਂ ਬੋਰਡ ਦੇਖ ਸਕਦੇ ਹੋ, ਮੈਂ ਕੈਮਰਾਮੈਨ ਨੂੰ ਕਹੂੰਗਾ ਉਹ ਬੋਰਡ ਦਿਖਾਏਗਾ, ਉਹ ਤੁਸੀਂ ਦੇਖੋ ਚੰਡੀਗੜ੍ਹ ਪੁਲਿਸ ਵੱਲੋਂ ਚੇਤਾਵਨੀ ਦਿੱਤੀ ਜਾ ਰਹੀ ਹੈ ਅੱਗੇ ਵਧੋਗੇ ਤਾਂ ਕਾਰਵਾਈ ਹੋਏਗੀ। ਕੀ ਕਹਿਣਾ ਜੀ ਔਲਖ ਜੀ? ਦੇਖੋ ਅੱਗੇ ਵਧਣ ਤੋਂ ਕਾਰਵਾਈ, ਇਹ ਅਸਲੀ ਗੱਲ ਵੱਲ ਕਿਉਂ ਨਹੀਂ ਜਾਂਦੇ? ਮੁੱਖ ਮੰਤਰੀ ਨੂੰ ਉੱਥੇ ਕਿਉਂ ਲੁਕੋਇਆ, ਜਾਂ ਉਹਨਾਂ ਤੇ ਜਾਂ ਫਿਰ ਅਸੀਂ ਅੱਗੇ ਜਾਵਾਂਗੇ। ਮੁੱਖ ਮੰਤਰੀ ਪੰਜਾਬ ਦਾ ਯੂਟੀ ਦੇ ਵਿੱਚ ਕੀ ਕੰਮ ਕਰਦਾ? ਉਹ ਸੀਐਮ ਹਾਊਸ ਉੱਥੇ ਕਿਉਂ ਹੈ ਪੰਜਾਬ ਮੋਹਾਲੀ ਦੇ ਵਿੱਚ? ਇਹ ਚੇਤਾਵਨੀਆਂ ਨੂੰ ਅਸੀਂ ਕੁਝ ਨਹੀਂ ਸਮਝਦੇ, ਅਸੀਂ ਅੱਗੇ ਵਧਾਂਗੇ। ਲਗਾਤਾਰ ਅੱਗੇ ਵਧ ਰਹੇ ਤੁਸੀਂ ਦੇਖ ਸਕਦੇ ਹੋ ਕਿ ਚੇਤਾਵਨੀ ਬੋਰਡ ਲੱਗਾ ਹੋਇਆ ਤੇ ਚੇਤਾਵਨੀ ਪੜ੍ਹਨ ਤੋਂ ਬਾਅਦ ਵੀ ਜਿਹੜੇ ਬਾਵਜੂਦ ਅਧਿਆਪਕ ਜਿਹੜੇ ਨੇ ਅੱਗੇ ਵਧ ਰਹੇ ਨੇ। ਚੰਡੀਗੜ੍ਹ ਪੁਲਿਸ ਵੱਲੋਂ ਚੇਤਾਵਨੀ ਵੀ ਦਿੱਤੀ ਜਾ ਰਹੀ ਹੈ। ਤੁਸੀਂ ਦੇਖ ਸਕਦੇ ਹੋ ਕਿ ਦਿੱਤੀ ਗਈ ਹੈ आपका मजमा खिलाफ कानून करार दिया गया है। आप इस मजमे को 5 मिनट के अंदर अंदर तितर बितर कर दे, नहीं तो चंडीगढ़ पुलिस वालों IPC धारा 129 CRPC के तहत कानूनी कार्रवाई की जाएगी। ते पानी की विछाणा आंसू गैस ਤੁਹਾਨੂੰ गंभीर चोटां लिया सकदियां ने, जिस तरह की ਅੱਖਾਂ ਦੀ रोशनी भी जा सकती है, हार्ट अटैक भी हो सकता हैगा। आंसू गैस ਦੇ ਨਾਲ ਜਿਹੜਾ ਹੈਗਾ ਤੁਹਾਡੇ ਸਾਹ ਲੈਣ 'ਚ ਦਿੱਕਤ ਹੋ ਸਕਦੀ ਹੈ। ਇਹ ਚੇਤਾਵਨੀ ਚੰਡੀਗੜ੍ਹ ਪੁਲਿਸ ਵੱਲੋਂ ਇੱਥੇ ਦਿੱਤੀ ਗਈ ਹੈ। ਤੇ ਦੂਜੇ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਅਧਿਆਪਕ ਲਗਾਤਾਰ ਚੰਡੀਗੜ੍ਹ ਵੱਲ ਨੂੰ ਵਧ ਰਹੇ ਨੇ ਤੇ ਇਹਨਾਂ ਦਾ ਇਹੀ ਕਹਿਣਾ ਕਿ ਅਸੀਂ ਚਾਹੇ ਸਾਨੂੰ ਗੋਲੀਆਂ ਮਾਰ ਦਿਓ, ਲਗਾਤਾਰ ਅਸੀਂ ਆਪਣੀਆਂ ਮੰਗਾਂ ਮੰਗਵਾ ਕੇ ਜਾਵਾਂਗੇ। ਜਿਵੇਂ ਕਿ ਇਹਨਾਂ ਦੇ ਜਿਹੜੇ ਪ੍ਰਧਾਨ ਸੀਗੇ ਉਹਨਾਂ ਦਾ ਕਹਿਣਾ ਸੀਗਾ ਕਿ ਅਗਰ CM ਦਾ ਘਰ ਜਿਹੜਾ ਹੈਗਾ ਉਹ ਪੰਜਾਬ 'ਚ ਹੋਣਾ ਚਾਹੀਦਾ ਹੈਗਾ, ਚੰਡੀਗੜ੍ਹ ਕਿਉਂ ਹੈਗਾ? ਅਸੀਂ ਚੰਡੀਗੜ੍ਹ ਸਾਨੂੰ ਜਾਣ ਦਿਓ। ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਇਹ ਪ੍ਰੋਟੈਸਟ ਕਰ ਰਹੇ ਨੇ। ਆਪਾਂ ਗੱਲ ਕਰਨੇ, ਬੀਬੀਆਂ ਵੀ ਬੜੀ ਗਿਣਤੀ ਦੇ ਵਿੱਚ ਪਹੁੰਚੀਆਂ ਹੋਈਆਂ ਨੇ। ਤੁਸੀਂ ਦੱਸੋ ਜੀ, ਤੁਸੀਂ ਛੱਤ ਦੇ ਉੱਤੇ ਚੜ੍ਹੇ ਸੀ, ਅੱਜ ਜਿਹੜਾਗਾ 37ਵਾਂ ਦਿਨ ਹੈਗਾ ਤੇ ਤੁਹਾਨੂੰ ਫੇਰ ਜਿਹੜਾਗਾ ਅੱਜ ਫੇਰ ਸੜਕਾਂ ਦੇ ਉੱਪਰ ਆ ਕੇ CM ਦੇ ਘਰ ਦਾ ਘਿਰਾਓ ਕਰਨਾ ਜਾਣਾ ਪੈ ਰਿਹਾ ਹੈਗਾ। ਸਰਕਾਰ ਵੱਲੋਂ ਮੀਟਿੰਗਾਂ ਹੋਈਆਂ ਲੇਕਿਨ ਸਾਰੀਆਂ ਬੇਸਿੱਟਾ ਰਹੀਆਂ। ਬਿਲਕੁਲ ਸਰ, ਜਿੰਨੀਆਂ ਵੀ ਮੀਟਿੰਗਾਂ ਹੋਈਆਂ ਉਹ ਬੇਸਿੱਟਾ ਰਹੀਆਂ। ਈਵਨ ਕਿ ਸਰਕਾਰ ਨੂੰ ਜਿਹੜਾ ਕੈਬਨਿਟ ਦੇ ਥਰੂ ਐਲਾਨ ਕਰਨਾ ਚਾਹੀਦਾ ਵੀ ਜਿਹੜੇ ਕੱਚੇ ਅਧਿਆਪਕ ਹੈਗੇ ਉਹ ਪੱਕੇ ਕੀਤੇ ਜਾ ਰਹੇ ਹੈਗੇ ਆ, ਪਰ ਸਰਕਾਰ ਵੱਲੋਂ ਜਿਹੜਾ ਹੈਗਾ ਕੋਈ ਠੋਸ ਜਾਂ ਢੁਕਵਾਂ ਜਵਾਬ ਹੈ, ਜਿਸ ਦੇ ਕਾਰਨ ਸਾਨੂੰ ਮਜਬੂਰ ਹੋ ਕੇ ਅੱਜ ਫਿਰ ਜਿਹੜਾ ਹੈ ਚੰਡੀਗੜ੍ਹ ਦੇ ਵਿੱਚ ਜਿਹੜਾ CM ਦੀ ਕੋਠੀ ਦਾ ਘਿਰਾਓ ਕਰਨ ਜਾ ਰਹੇ ਹੈ ਜੀ। ਲੇਕਿਨ ਚੇਤਾਵਨੀ ਵੀ ਦਿੱਤੀ ਗੈਸ ਪਿਛਲੀ ਵਾਰ ਕਾਫੀ ਜ਼ਖਮੀ ਹੋਏ ਸੀਗੇ। ਇਹਦੇ 'ਚ ਲਿਖਿਆ ਹੈਗਾ ਆਂਸੂ ਗੈਸ ਨਾਲ ਤੁਹਾਡੀਆਂ ਅੱਖਾਂ ਦੀ ਰੋਸ਼ਨੀ ਵੀ ਜਾ ਸਕਦੀ ਹੈ, ਅਟੈਕ ਵੀ ਹੋ ਸਕਦਾ ਹੈ, ਸਾਹ ਲੈਣ 'ਚ ਦਿੱਕਤ ਵੀ ਆ ਸਕਦੀ ਹੈ। ਆ ਤੁਸੀਂ ਨੂੰ ਪਿਛਲੀ ਵਾਰ ਜਿਹੜਾ ਹੈਗਾ ਅਸੀਂ ਉੱਤੇ ਦਿਖਾਇਆ ਸੀਗਾ ਕਿਸ ਤਰੀਕੇ ਦੇ ਨਾਲ ਕੁੱਤੇ ਜਾਨਵਰਾਂ ਜਿਹੇ ਸਲੂਕੀ ਨਾਲ ਕੀਤਾ ਗਿਆ ਸੀਗਾ। ਚੰਡੀਗੜ੍ਹ ਪੁਲਿਸ ਵੱਲੋਂ ਇਹਨਾਂ ਨੂੰ ਜਿਹੜਾ ਕਿ ਇਹਨਾਂ ਦੇ ਕੱਪੜੇ ਵੀ ਫਾੜੇ ਗਏ ਸੀਗੇ ਤੇ ਇਹਨਾਂ ਦਾ ਜਜ਼ਬਾ ਅੱਜ ਵੀ ਹੈ। ਦੇਖੋ ਤੁਸੀਂ ਦੇਖੋ ਚੰਡੀਗੜ੍ਹ ਵੱਲ ਜਾਣ ਨੂੰ ਫੇਰ ਬੈਠੇ ਨੇ। ਆਪਾਂ ਇਹਨਾਂ ਨਾਲ ਗੱਲ ਕਰਦੇ ਹਾਂ। ਮੈਡਮ, ਚੰਡੀਗੜ੍ਹ ਪੁਲਿਸ ਵੱਲੋਂ ਬੜਾ ਜਿਹੜਾਗਾ ਸਲੂਕ ਜਿਹੜਾਗਾ ਬੜਾ ਗਲਤ ਕੀਤਾ ਗਿਆ ਸੀਗਾ, ਕੀ ਕਹੋਗੇ? ਹੱਕ ਮੰਗਣ ਲਈ ਜਾ ਰਹੇ ਆ, ਹੱਕ ਮੰਗਣ ਵਾਸਤੇ ਅਸੀਂ ਪਿੱਛੇ ਨਹੀਂ ਹਟਦੇ, ਭਾਵੇਂ ਸਾਡੀਆਂ ਜਾਨਾਂ ਜਾਣ, ਭਾਵੇਂ ਉਹ ਕੱਪੜੇ ਫਾੜੇ, ਜੋ ਮਰਜ਼ੀ ਕਰੇ ਉਹ ਉਹਨਾਂ ਦਾ। ਉਹਨਾਂ ਨੇ ਕੀ ਕਰਨਾ, ਭਾਵੇਂ ਅੱਜ ਗੋਲੀਆਂ ਚਲਾ ਦੇ, ਅਸੀਂ ਸਭ ਤੋਂ ਅੱਗੇ ਤਿਆਰ ਆ। ਅੱਜ ਉਹਨਾਂ ਨੇ ਸਾਡੇ ਨਾਲ ਜੋ ਕੀਤਾ, ਅੱਜ ਅਸੀਂ ਪਲੈਨਿੰਗ ਨਾਲ ਆਏ ਆ। ਉਸ ਦਿਨ ਉਹਨਾਂ ਨੇ ਸਾਡੇ ਕੱਪੜੇ ਫਾੜੇ, ਸਾਡੇ ਕੁੜੀਆਂ ਦੇ ਵਾਲ ਪੱਟੇ, ਇੱਥੋਂ ਤੱਕ ਕਿ ਮੇਰੇ ਉਹਨਾਂ ਨੇ ਵਾਲ ਪੱਟੇ, ਸਪੈਸ਼ਲ ਉਹਨਾਂ ਨੇ ਮੇਰੇ ਕੱਪੜੇ ਫਾੜੇ, ਉਹਨਾਂ ਦੀ ਚੁੰਨੀਆਂ ਮੇਰੇ ਕੋਲ ਸਬੂਤ ਹੈ। ਅੱਜ ਮੈਂ ਸਬੂਤ ਲੈ ਕੇ ਆਈ ਹਾਂ ਵੀ ਅੱਜ ਮੇਰੇ ਨੇੜੇ ਲੱਗ ਜੇ, ਅੱਜ ਮੇਰੇ ਕੱਪੜੇ ਫਾੜ ਕੇ ਦਿਖਾ ਦੇ ਤੇ ਮੇਰੇ ਵੀਰ ਮੇਰੇ ਨਾਲ ਹੈ। ਅੱਜ ਅਸੀਂ ਇੱਕ ਪਾਸੇ ਕਰਕੇ ਜਾਵਾਂਗੇ, ਜਾਂ ਅਸੀਂ ਆਪਦੇ ਹੱਕ ਲੈ ਕੇ ਜਾਵਾਂਗੇ, ਜਾਂ ਫਿਰ ਅੱਜ ਆਰ ਪਾਰ ਦੀ ਲੜਾਈ ਹੈ। ਮੈਡਮ, ਪਿਛਲੇ ਜ਼ਖਮੀ ਹੋਈਆਂ ਸੀਗੀਆਂ ਤੇ ਅਥਰੂ ਗੈਸ ਦਾ ਇਸਤੇਮਾਲ ਕੀਤਾ ਗਿਆ, ਪੁਲਿਸ ਲਾਠੀ ਚਾਰਜ ਦਾ ਵੀ ਇਸਤੇਮਾਲ ਹੋਇਆ ਸੀਗਾ। ਤੁਹਾਡੀ ਹੁਣ ਜਿਹੜਾ ਇਸ ਵਾਰ ਜਿਹੜੀ ਕਿ ਮੀਟਿੰਗ ਅੱਜ ਰੱਖੀ ਗਈ ਸੀਗੀ, ਹੁਣ ਕੋਈ ਸਰਕਾਰ ਦੇ ਨੁਮਾਇੰਦੇ ਵੱਲੋਂ ਕੋਈ ਤੁਹਾਨੂੰ ਪਹਿਲ ਨਹੀਂ ਕੀਤੀ ਗਈ ਤੁਹਾਡੀ ਮੀਟਿੰਗ ਲਈ? ਸਰ, ਅੱਜ ਸਾਨੂੰ ਸੁਰੇਸ਼ ਕੁਮਾਰ ਜੀ ਨਾਲ ਮੀਟਿੰਗ ਕਰਾਉਂਦੇ ਸੀ, ਉਹ ਭੱਜ ਕੇ ਫਿਰ ਤੇਜਵੀਰ ਨਾਲ ਅਸੀਂ ਜਵਾਬ ਦੇਤਾ। ਕੈਬਨਿਟ ਦੀ ਮੀਟਿੰਗ ਜਿਹੜੀ 2 ਬੁੱਧਵਾਰ ਲੰਘਾਤੇ ਇਹਨਾਂ ਨੇ, ਕੈਪਟਨ ਸੰਦੀਪ ਸੰਧੂ ਨੇ ਭਰੋਸਾ ਦਿਵਾਇਆ ਸੀ ਕਿ ਬੁੱਧਵਾਰ ਮੀਟਿੰਗ ਕੀਤੀ ਜਾਊਗੀ। ਬੁੱਧਵਾਰ 2 ਲੰਘੇ, ਮੀਟਿੰਗ ਨਹੀਂ ਹੋਈ ਤੇ ਜਿਹੜਾ ਇਹ ਸਾਡਾ ਕੰਮ ਠੰਡੇ ਬਸਤੇ 'ਚ ਪਾਉਣ ਲੱਗੇ ਆ, ਜਿਹੜਾ ਕਿ ਅਸੀਂ ਪਾਉਣ ਨਹੀਂ ਦੇਣਾ। ਇਹਨਾਂ ਨੇ ਆਉਂਦਿਆਂ ਹੀ ਸਰਕਾਰ ਆਉਣ ਤੋਂ ਪਹਿਲਾਂ ਵਾਅਦਾ ਕੀਤਾ ਸੀ, ਉਹ ਇਹਨਾਂ ਨੂੰ ਆਉਂਦਿਆਂ ਹੀ ਪੂਰਾ ਕਰ ਦੇਣਾ ਚਾਹੀਦਾ ਸੀ। ਹੁਣ ਇਸ ਕੁਰਸੀਆਂ ਦੀ ਦੌੜ 'ਚ ਲੱਗੇ ਪਏ ਆ, ਇੱਕ ਦੂਜੇ ਤੋਂ ਕੁਰਸੀ ਖੋਹਣ ਦੇ ਚੱਕਰ 'ਚ ਸਾਡਾ ਕਾਣ ਹੋ ਰਿਹਾ। ਅਸੀਂ ਮਰਨ ਦੇ ਨੇੜੇ ਆਏ ਪਏ ਆ, ਸਾਡੇ ਵਾਲੇ ਨਹੀਂ ਵੇਖ ਰਹੇ, ਇਹ ਸਿਰਫ ਤੇ ਸਿਰਫ ਆਪਦੀਆਂ ਕੁਰਸੀਆਂ ਬਚਾ ਰਹੇ ਆ। ਅੱਜ ਜੇ ਇੱਥੇ ਕੋਈ ਜਾਨੀ ਮਾਨੀ ਨੁਕਸਾਨ ਹੋ ਜਾਂਦਾ ਹੈ ਤਾਂ ਮੈਂ ਚੇਤਾਵਨੀ ਦਿੰਨੀ ਆ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਚੰਡੀਗੜ੍ਹ ਵਾਲਿਆਂ ਨੂੰ, ਜਿਨ੍ਹਾਂ ਨੇ ਆਪਦਾ ਤਾਨਾਸ਼ਾਹੀ ਰਾਜ ਅਬਦਾਲੀ ਯਾਦ ਕਰਾਉਂਦੇ ਪਏ ਆ। ਪਿਛਲੀ ਵਾਰੀ ਵੀ ਐਕਟ ਵੀ ਮੁਗਲਾਂ ਤੋਂ ਵੱਧ ਇੰਤਜ਼ਾਮ ਕੀਤੇ ਇਹਨਾਂ ਨੇ, ਇਦੋਂ ਤਾਂ ਇਹ ਗੋਲੀਆਂ ਤੇ ਤੋਪਾਂ ਦੇ ਇੰਤਜ਼ਾਮ ਕਰਨ। ਜੇਕਰ ਸਾਡੇ ਇੱਥੇ ਜਾਨੀ ਨੁਕਸਾਨ ਕਿਸੇ ਦਾ ਹੋ ਗਿਆ ਜਾਂ ਕਿਸੇ ਦੇ ਇਹੋ ਜਿਹੀ ਚੋਟ ਵੱਜ ਗਈ ਜਿਹੜੀ ਮੌਤ ਨਾਲੋਂ ਬੱਤਰ ਹੈ, ਤਾਂ ਉਹਦੇ ਲਈ ਪੰਜਾਬ ਮੁੱਖ ਮੰਤਰੀ, ਪੰਜਾਬ ਮੋਹਾਲੀ ਪ੍ਰਸ਼ਾਸਨ ਤੇ ਚੰਡੀਗੜ੍ਹ ਪ੍ਰਸ਼ਾਸਨ ਜ਼ਿੰਮੇਵਾਰ ਹੋਊਗਾ। ਮੈਡਮ,
ਪਿਆ ਕਾਂਗਰਸ ਤਾਂ ਆਪਣੇ ਹੀ ਕਾਟੋ ਕਲੇਸ਼ 'ਚ ਉਲਝੀ ਹੋਈ ਹੈ। ਤੁਹਾਡਾ ਮਸਲਾ ਕਿੱਥੇ ਹੱਲ ਕਰਦੇ ਹੋ? ਉਹਦਾ ਆਪਣਾ ਹੀ ਨਹੀਂ ਮਸਲਾ ਹੱਲ ਹੋ ਰਿਹਾਗਾ, ਕਿਉਂਕਿ ਸਿੱਧੂ ਵਰਸੀਜ ਕੈਪਟਨ ਚੱਲਦੀ ਪਈ ਹੈ। ਲੱਗਦਾ ਕਿ ਇਸ ਕਾਟੋ ਕਲੇਸ਼ 'ਚ ਤੁਹਾਡਾ ਮਸਲਾ ਹੱਲ ਹੋ ਜਾਏਗਾ? ਦੇਖੋ, ਇਹਨਾਂ ਦੇ ਕਾਟੋ ਕਲੇਸ਼ ਤਾਂ ਚੱਲਦੇ ਹੀ ਪਏ ਆ ਪਿਛਲੇ 4.5 ਸਾਲ ਤੋਂ। ਇੱਕ ਇਹ ਸਰਕਾਰ ਹੈ ਜਿਹੜੀ ਆਪਸ 'ਚ ਸਹਿਮਤੀ ਨਹੀਂ ਬਣਾ ਸਕੀ। ਸਾਨੂੰ ਇਸ ਨਾਲ ਕੋਈ ਮਤਲਬ ਨਹੀਂ। ਸਾਡੇ ਨਾਲ ਇਹਨਾਂ ਨੇ ਡੀਲਿੰਗ ਇਹ ਕੀਤੀ ਸੀ ਵੀ ਕਾਂਗਰਸ ਸਰਕਾਰ ਆਉਂਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਵਾਅਦਾ ਕੀਤਾ ਤੁਹਾਡਾ ਪਹਿਲ ਦੇ ਆਧਾਰ ਤੇ ਹੱਲ ਕਰਾਂਗੇ। ਸਾਨੂੰ ਵਾਅਦਾ ਜਿਹੜਾ ਕੀਤਾ ਸੀ ਉਹ ਪੂਰਾ ਕਰੇ। ਇਹ ਹਿਟਲਰਸ਼ਾਹੀ ਵਰਤਦਾ ਰਿਹਾ, ਆਪਦੇ ਆਪ ਨੂੰ ਸਤਾਨਾਸ਼ਾਹੀ ਰਾਜਾ ਸਮਝਦਾ। ਇਹਨੇ ਕੱਲੇ ਕੱਚੇ ਅਧਿਆਪਕ ਆਮ ਵਰਗ ਨਹੀਂ ਰੋਲਿਆ, ਇਹਨੇ ਮੰਤਰੀ ਵੀ ਰੋਲੇ ਸੀ, ਉਹਨਾਂ ਦੀ ਵੀ ਸੀ। ਅੱਜ ਉਹਨਾਂ ਨੇ ਵੀ ਇਹਦੇ ਖਿਲਾਫ ਬਗਾਵਤ ਬਚਦੀਆਂ, ਇਹ ਇਧਰੋਂ ਬਚਾਉਣ ਫਿਰਦੇ ਆ। ਅਸੀਂ ਆਪਦੀ ਉਦਾਂ ਦੀ ਆਵਾਜ਼ ਕੋਲ ਇੱਕ ਨਹੀਂ ਰਹਿਣੀ। ਨਹੀਂ ਲੱਗਦਾ ਕਿ ਤੁਸੀਂ ਇਸ 'ਚ ਪਿਸ ਰਹੇ ਹੋ ਆਪਸੀ ਲੜਾਈ ਦੇ ਵਿੱਚ, ਕਿਉਂਕਿ 36 ਦਿਨ ਹੋ ਗਏ ਤੁਹਾਨੂੰ ਅੱਜ। ਬਿਲਕੁਲ ਜੀ, ਸਾਲਾਂ ਦੇ ਪਿਸਰੇ ਆਟੇ ਨਾਲ ਘੁਣ ਪੀਸਿਆ ਜਾ ਰਿਹਾ ਹੈ, ਇਹ 'ਚ ਨੋ ਡਾਊਟ। ਇਹਨਾਂ ਨੇ ਕੁਰਸੀਆਂ ਦੀ ਲੜਾਈ ਜਿਹੜੀ ਹੁਣ ਸ਼ੁਰੂ ਕਰ ਲਈ, ਜਦੋਂ ਸਾਡਾ ਸੰਘਰਸ਼ ਸਿਖਰ ਤੇ ਹੈ। ਸਾਡਾ ਪਿਛਲਾ ਇਤਿਹਾਸ ਫਰੋਲੇ, ਸਾਡੀਆਂ ਕੁਰਬਾਨੀਆਂ ਵੇਖੇ, ਇਹ ਅਧਿਆਪਕਾਂ ਦਾ ਜਜ਼ਬਾ ਵੇਖੇ ਤੇ ਇਹ ਕੰਮ ਸਿੱਧੂ ਕਹਿੰਦਾ ਮੈਂ ਕਾਂਗਰਸ ਦਾ ਇੱਥੋਂ ਪੰਜਾਬ ਦੇ ਵਿੱਚੋਂ ਸਫਾਇਆ ਹੋ ਜੀ। ਬਿਲਕੁਲ ਜੀ, ਲਗਾਤਾਰ ਚੰਡੀਗੜ੍ਹ ਨੂੰ ਵਧਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੱਚੇ ਅਧਿਆਪਕਾਂ ਵੱਲੋਂ, ਤੇ ਦੂਜੇ ਪਾਸੇ ਜਿਹੜਾਗਾ ਚੰਡੀਗੜ੍ਹ ਪੁਲਿਸ ਵੱਲੋਂ ਪੱਕੇ ਜਿਹੜੇ ਕਿ ਫੇਰ ਬੈਰੀਕੇਡ ਲਗਾਏ ਗਏ ਨੇ ਤੇ ਚੇਤਾਵਨੀ ਵੀ ਇਹਨਾਂ ਨੂੰ ਦਿੱਤੀ ਜਾ ਰਹੀ ਹੈ। ਬੈਰੀਕੇਡ ਦੀਆਂ ਵੀ ਮੈਂ ਤਸਵੀਰਾਂ ਤੁਹਾਨੂੰ ਦਿਖਾਣੀਆਂ ਚਾਹਾਂਗਾ। ਇਹ ਚੰਡੀਗੜ੍ਹ ਦਾ ਬੈਰੀਕੇਡ ਤੁਸੀਂ ਦੇਖ ਕਿ ਪਿਛਲੀ ਵਾਰ ਵੀ ਜਦੋਂ ਇਹ ਕੱਚੇ ਅਧਿਆਪਕ ਨੂੰ ਵਧਣ ਦੀ ਕੋਸ਼ਿਸ਼ ਕਰ ਰਹੇ ਸੀਗੇ ਤੇ ਇਹਨਾਂ ਦੇ ਉੱਪਰ ਖਾਣਾ, ਅਥਰੂ ਗੈਸ ਤੇ ਜਿਹੜਾ ਇਸਤੇਮਾਲ ਜਿਹੜਾਗਾ ਕੀਤਾ ਗਿਆ ਸੀਗਾ, ਤੇ ਹੁਣ ਵੀ ਜਿਹੜਾਗਾ ਚੰਡੀਗੜ੍ਹ ਪੁਲਿਸ ਵੱਲੋਂ ਇਹਨਾਂ ਨੂੰ ਇੱਥੇ ਬੈਰੀਕੇਡ ਦੇ ਉੱਪਰ ਰੋਕਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾਏਗੀ। ਨਾਲ ਨਾਲ ਚੇਤਾਵਨੀ ਵੀ ਇੱਥੇ ਜਿਹੜੀ ਕਿ ਪੁਲਿਸ ਵੱਲੋਂ ਦਿੱਤੀ ਜਾ ਰਹੀ ਹੈ ਕਿ ਅਗਰ ਤੁਸੀਂ ਅੱਗੇ ਵਧੋਗੇ ਤਾਂ ਤੁਹਾਡੇ ਉੱਪਰ ਜਿਹੜੀ ਕਿ ਕਾਰਵਾਈ ਹੋਏਗੀ। ਨਾਲ ਸਾਨੂੰ ਇਹ ਵੀ ਦੱਸ ਦੇ ਕਿ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਪਹਿਲਾਂ ਹੀ ਧਾਰਾ 144 ਜਿਹੜੀ ਕਿ ਲਗਾਈ ਗਈ ਹੈ। 16 ਸਤੰਬਰ ਤੱਕ ਧਾਰਾ 144 ਲਗਾਈ ਗਈ ਹੈ ਤੇ ਧਰਨਿਆਂ, ਰੈਲੀਆਂ ਤੇ ਰੋਸ ਪ੍ਰਦਰਸ਼ਨ ਦੇ ਉੱਪਰ ਜਿਹੜੀ ਕਿ ਮਨਾਹੀ ਕੀਤੀ ਗਈ ਹੈ ਚੰਡੀਗੜ੍ਹ ਦੇ ਵਿੱਚ। ਸੋ ਚੰਡੀਗੜ੍ਹ ਪੁਲਿਸ ਵੱਲੋਂ ਇਹਨਾਂ ਨੂੰ ਜਿਹੜੀ ਕਿ ਚੇਤਾਵਨੀ ਵੀ ਇੱਥੇ ਜਿਹੜੀ ਕਿ ਦਿੱਤੀ ਜਾ ਰਹੀ ਹੈਗੀ। ਲੇਕਿਨ ਕੱਚੇ ਅਧਿਆਪਕ ਜਿਹੜੇ ਇਹਨਾਂ ਦਾ ਇਹੀ ਕਹਿਣਾ ਕਿ ਅਸੀਂ ਕਿਸੇ ਵੀ ਕਾਰਵਾਈ ਤੋਂ ਜਿਹੜੇ ਕਿ ਉਹ ਨਹੀਂ ਡਰਦੇਗੇ, ਚਾਹੇ ਉਹਨਾਂ ਦੇ ਉੱਪਰ ਗੋਲੀਆਂ ਚਲਾਉਣ, ਚਾਹੇ ਉਹਨਾਂ ਦੇ ਉੱਪਰ ਅਥਰੂ ਗੈਸ ਦਾ ਇਸਤੇਮਾਲ ਕਰਨ, ਲੇਕਿਨ ਉਹ ਆਪਣੀਆਂ ਮੰਗਾਂ ਮਨਾਏ ਤੋਂ ਬਗੈਰ ਜਿਹੜੇ ਕਿ ਨਹੀਂ ਜਾਣਗੇ। ਇਹ ਤਸਵੀਰਾਂ ਲਗਾਤਾਰ ਤੁਸੀਂ ਦੇਖ ਰਹੇ ਹੋ ਪੀਟੀਸੀ ਨਿਊਜ਼ ਦੇ ਉੱਪਰ। ਮੋਹਾਲੀ ਸਿੱਖਿਆ ਵਿਭਾਗ ਤੋਂ ਇਹ ਰੈਲੀ ਕਰਦੇ ਹੋਏ ਇਹ ਚੰਡੀਗੜ੍ਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਘਰ ਵੱਲ ਦਾ ਇਹ ਘਰੋ ਕਰ ਰਹੇ ਨੇ। ਆਪਾਂ ਗੱਲ ਕਰ ਰਹੇ ਹਾਂ। ਇਹ ਦੱਸੋ ਜੀ, ਕੀ ਹੁਣ ਤੁਹਾਡੀ ਪਲੈਨਿੰਗ ਹੈ? ਕਿਉਂਕਿ ਚੰਡੀਗੜ੍ਹ ਪੁਲਿਸ ਵੱਲੋਂ ਬੈਰੀਕੇਡ ਲਗਾਏ ਗਏ ਨੇ ਤੇ ਤੁਹਾਨੂੰ ਚੇਤਾਵਨੀ ਵੀ ਦਿੱਤੀ ਜਾ ਰਹੀ ਹੈ ਕਿ ਤੁਸੀਂ ਅੱਗੇ ਵਧੋਗੇ ਤਾਂ ਤੁਹਾਡੇ ਉੱਪਰ ਕਾਨੂੰਨੀ ਕਾਰਵਾਈ ਹੋਏਗੀ, ਕਿਉਂਕਿ ਚੰਡੀਗੜ੍ਹ ਦੇ ਵਿੱਚ ਧਾਰਾ 144 ਲੱਗੀ ਹੋਈ ਹੈ। ਦੇਖੋ ਸਰ, ਕਾਨੂੰਨੀ ਕਾਰਵਾਈ ਸਾਡੇ ਤੇ ਕਿਹੜਾ ਕਦੀ ਪਰਚਾ ਨਹੀਂ ਹੋਇਆ, ਜਾਂ ਅਸੀਂ ਡੰਡੇ ਨਹੀਂ ਖਾਦੇ, ਜਾਂ ਅਸੀਂ ਜੇਲ੍ਹਾਂ ਨਹੀਂ ਗਏ। ਫਰੀਦਕੋਟ ਜੇਲ੍ਹ, ਬਠਿੰਡਾ ਜੇਲ੍ਹ, ਉਸ ਤੋਂ ਬਾਅਦ ਨਾਭਾ ਜੇਲ੍ਹ, ਸਾਰੀਆਂ ਜੇਲ੍ਹਾਂ ਅਸੀਂ ਕੱਟ ਚੁੱਕੇ ਹਾਂ। ਪਰਚੇ ਅੱਜ ਵੀ ਚੱਲਦੇ ਆ ਤੇ ਸਾਨੂੰ ਕੋਈ ਬਹੁਤਾ ਫਿਕਰ ਨਹੀਂ ਆ, ਕਿਉਂਕਿ ਚੰਡੀਗੜ੍ਹ ਤਾਂ ਆਉਣਾ ਹੀ ਹੁੰਦਾ, ਫਿਰ ਇੱਥੋਂ ਦੀਆਂ ਜੇਲ੍ਹਾਂ ਵੀ ਦੇਖ ਲਾਂਗੇ, ਸਾਨੂੰ ਐਡੀ ਕੋਈ ਗੱਲ ਨਹੀਂ ਹੈਗੀ। ਰਹੀ ਗੱਲ ਇਹਨਾਂ ਦੀ, ਇਹਨਾਂ ਨੇ ਆਪਣੀ ਤਿਆਰੀ ਕੀਤੀ ਹੋਈ ਆ, 2 ਵਾਰ ਅੱਗੇ ਭਿੜੇ ਆ, ਇਹਨਾਂ ਨੂੰ ਹਰਾ ਕੇ ਅੱਗੇ ਲੰਘ ਕੇ ਗਏ ਆ, ਤੇ ਅੱਜ ਵੀ ਸਾਡੀ ਪੂਰੀ ਤਿਆਰੀ ਆ, ਕੋਈ ਇਹੋ ਜਿਹੀ ਗੱਲ ਹੀ ਨਹੀਂ ਹੈਗੀ। ਸੋ ਭਿੜਾਂਗੇ ਅਸੀਂ ਅੱਜ ਵੀ, ਜਦੋਂ ਸਰਕਾਰ ਸੁਣ ਲਈ ਰਾਜੀ ਨਹੀਂ ਆ ਤੇ ਸਾਡੇ ਕੋਲ ਹੋਰ ਕੋਈ ਰਾਹ ਹੀ ਨਹੀਂ ਹੈਗਾ। ਲਾਸਟ ਸੰਘਰਸ਼ ਆ, ਜੇ ਸੰਘਰਸ਼ ਦਾ ਅਸੀਂ ਕਰਨਾ, ਇਹ ਸਾਡਾ ਰਾਈਟ ਆ। ਇਹ ਜਿੰਨਾ ਮਰਜ਼ੀ ਧਾਰਾਵਾਂ ਲਾਈ ਜਾਣ, ਸਾਡੇ ਵੱਲੋਂ 302 ਦੇ ਪਰਚੇ ਕਰਨ, 304 ਜਿੰਨੇ ਮਰਜ਼ੀ ਪਰਚੇ 307 ਦੇ ਕਰ ਦੇਣ, ਪਰ ਅਸੀਂ ਨਹੀਂ ਰੁਕਣ ਵਾਲੇ ਹੈਗੇ। ਜੋ ਸਾਡਾ ਡਿਸੀਜਨ ਆ ਉਹ ਫਿਰ ਵੀ ਲਾਸਟ ਤੇ ਅਸੀਂ ਇੱਕ ਵਾਰ ਗੱਲਬਾਤ ਕਰ ਰਹੇ ਹਾਂ ਕਿ ਕੀ ਰਣਨੀਤੀ ਚੱਲ ਰਹੀ ਹੈ। ਜੋ ਵੀ ਡਿਸੀਜਨ ਹੋਏਗਾ ਸਾਡਾ ਸਟੇਟ ਵੱਲੋਂ, ਉਹ ਨਾਲ ਦੀ ਨਾਲ ਹੀ ਅਸੀਂ ਇੰਪਲੀਮੈਂਟ ਕਰਾਂਗੇ। ਬਾਕੀ 99% ਇਹੀ ਚਾਂਸਿਸ ਆ ਵੀ ਆਪਣੇ ਗੋਲੇ ਗਾਲੇ ਜੇ ਇੱਕ ਵਾਰੀ ਵਧਾ ਲੈਣ। ਪਿਛਲੀ ਵਾਰ 250-300 ਗੋਲਾ ਇਹਨਾਂ ਨੇ ਅਥਰੂ ਗੈਸ ਦਾ ਸਿੱਟਿਆ ਸੀ ਸਾਡੇ ਉੱਤੇ, ਹੁਣ ਉਹ ਵਧਾ ਲੈਣ, ਕਿਉਂਕਿ ਇਸ ਵਾਰ ਜਿਹੜੀ ਆਈ ਉਹ ਕਰੀਮ ਆਈ ਪੂਰੇ ਪੰਜਾਬ ਦੀ, ਵੀ ਜਿਹੜੇ ਡਰਨ ਵਾਲਿਆਂ ਚੋਂ ਹੈ ਨਹੀਂ ਆ, ਸਿੱਧੇ ਲੜਨ ਵਾਲੇ ਹੀ ਆ। ਇਹ ਤੇ ਪਤਾ ਨਹੀਂ ਲੱਗਣਾ, ਤੁਸੀਂ ਇੱਕ ਵਾਰੀ ਕਵਰੇਜ ਵਧੀਆ ਕਰ ਲਿਓ ਵੀ ਅੱਗੇ ਤੱਕ ਇਹਨਾਂ ਦੇ ਵਾਟਰ ਅਸੀਂ ਨਿਊਜ਼ ਲਗਾਤਾਰ ਹੀ ਕਵਰ ਕਰਦਾ ਆ ਰਿਹਾ ਜੀ, ਤੁਹਾਨੂੰ ਦਿਖਾਉਂਦਾ ਆ ਰਿਹਾ, ਤੁਹਾਡੀ ਆਵਾਜ਼ ਵੀ ਸਰਕਾਰ ਤੱਕ ਪਹੁੰਚਾਉਂਦਾ ਆ ਰਿਹਾ ਤੇ ਜਗਾਉਣ ਦੀ ਕੋਸ਼ਿਸ਼ ਵੀ ਕਰ ਰਿਹਾ। ਪਿਛਲੀ ਵਾਰੀ ਕੁੜੀ ਦੇ ਕੱਪੜੇ ਫਟੇ ਸੀ, ਉਹ ਤੁਸੀਂ ਬਿਲਕੁਲ ਉੱਪਰ ਆ ਕੇ ਉਹਨੂੰ ਚੁੰਨੀ ਦਿੱਤੀ ਸੀ। ਬਹੁਤ ਵਧੀਆ ਤੁਹਾਡਾ ਉਪਰਾਲਾ ਸੀ, ਔਰ ਤੁਸੀਂ ਖੜਦੇ ਆਏ ਸਾਡੇ ਨਾਲ। ਬਾਕੀ ਵੀ ਜਿੰਨੇ ਚੈਨਲ ਮੀਡੀਆ ਸਾਡੇ ਨਾਲ, ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ, ਔਰ ਆਸ ਕਰਦੇ ਹਾਂ ਵੀ ਤੁਸੀਂ ਸਾਨੂੰ ਹਾਈਲਾਈਟ ਕਰਕੇ ਸਾਡਾ ਮੁੱਦਾ ਸੁਲਝਾਓਗੇ। ਥੈਂਕ ਯੂ ਜੀ। ਸਰਕਾਰ ਦੇ ਕਿਸੇ ਨੁਮਾਇੰਦੇ ਨਾਲ ਹੁਣ ਆਖਰੀ, ਕਿਉਂਕਿ ਲਗਾਤਾਰ
ਮੀਟਿੰਗਾਂ ਕਰ ਚੁੱਕੇ ਹੋ, 4 ਦੀਆਂ 4 ਮੀਟਿੰਗਾਂ ਤੁਹਾਡੀਆਂ ਜਿਹੜੀਆਂ ਬੇਸਿੱਟਾਂ ਰਹੀਆਂ। ਦੇਖੋ ਅੱਜ ਵੀ ਗੋਲੀ ਮਿਲ ਰਹੀ ਆ। ਸੁਰੇਸ਼ ਕੁਮਾਰ ਜਿਹੜਾ OSD ਆ ਉਹਦੇ ਨਾਲ ਗੱਲਬਾਤ ਕਰਾਉਣ ਨੂੰ ਜੋ ਕਹਿ ਰਿਹਾ ਤੁਸੀਂ ਹੁਣੇ ਕਰਵਾ ਦਿੰਦੇ ਗੱਲਬਾਤ। ਦੇਖੋ ਗੱਲਬਾਤ ਤੋਂ ਕੀ ਲੈਣਾ, ਸਾਡਾ ਮੁੱਦਾ ਜਿਹੜਾ ਉਹ ਕੈਬਨਿਟ ਦੇ ਵਿੱਚ ਜਾਣਾ, ਉੱਥੇ ਇੰਪਲੀਮੈਂਟ ਹੋਣਾ, ਤੇ ਕੈਬਨਿਟ ਹੋ ਨਹੀਂ ਰਹੀ। ਆਹੀ ਸਾਡੀ ਮੇਨ ਮੰਗ ਦੇਖੋ ਜੀ ਤੁਸੀਂ ਤਸਵੀਰਾਂ ਦੇਖ ਸਕਦੇ ਹੋ, ਫਿਰ ਅੱਗੇ ਬਦਲ ਰਹੇ ਨੇ ਚੰਡੀਗੜ੍ਹ ਵੱਲ। ਕੱਚੇ ਅਧਿਆਪਕਾਂ ਵੱਲੋਂ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤੁਸੀਂ ਦੇਖ ਰਹੇ ਹੋ ਇਕੱਠੇ ਹੋ ਕੇ ਰਣਨੀਤੀ ਇਹਨਾਂ ਵੱਲੋਂ ਅਪਣਾਈ ਜਾ ਰਹੀ ਹੈ ਕਿ ਇਕੱਠੇ ਹੋ ਕੇ ਜਿਹੜਾਗਾ ਚੰਡੀਗੜ੍ਹ ਦਾ ਬੈਰੀਕੇਡ ਜਿਹੜਾਗਾ ਕ੍ਰਾਸ ਕੀਤਾ ਜਾਏਗਾ। ਤੁਸੀਂ ਦੇਖ ਸਕਦੇ ਹੋ ਕੱਚੇ ਅਧਿਆਪਕਾਂ ਵੱਲੋਂ ਰਣਨੀਤੀ ਜਿਹੜੀ ਹੈਗੀ ਬਣਾਈ ਜਾ ਰਹੀ ਹੈਗੀ। ਇੱਧਰ ਪੁਲਿਸ ਦੇ ਨਾਲ ਦੇ ਉਹਨਾਂ ਦੇ ਜਿਹੜੇ ਕਨਵੀਨਰ ਨੇ ਉਹਨਾਂ ਨਾਲ ਵੀ ਗੱਲਬਾਤ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ। ਤੁਸੀਂ ਦੇਖ ਸਕਦੇ ਹੋ ਕਿ 4-5 ਮੈਂਬਰੀ ਜਿਹੜੇ ਇਹਨਾਂ ਦੇ ਆਗੂ ਨੇ, ਉਹ ਆਗੂ ਜਿਹੜੇ ਗੇ ਉਹ ਮੀਟਿੰਗ ਲਈ ਇੱਥੇ ਖੜੇ ਨੇ, ਮੀਟਿੰਗ ਕਰ ਰਹੇ ਨੇ ਤੇ ਮੀਟਿੰਗ ਦੇ ਵਿੱਚ ਹੁਣ ਅਗਲਾ ਫੈਸਲਾ ਲੈਣਗੇ ਕਿ ਉਹਨਾਂ ਨੇ ਹੈਗਾ। ਅਧਿਆਪਕਾਂ ਦੇ ਜਿਹੜੇ ਕਨਵੀਨਰ ਨੇ ਉਹ ਮੀਟਿੰਗ ਕਰ ਰਹੇ ਨੇ ਤੇ ਤੁਹਾਨੂੰ ਦੱਸ ਦਈਏ ਕਿ ਚੰਡੀਗੜ੍ਹ ਵਧਣ ਦੀ ਕੋਸ਼ਿਸ਼ ਵੱਲ ਨੇ। ਕਨਵੀਨਰ ਜਿਹੜੇ ਆਗੂ ਨੇ ਉਹਨਾਂ ਵੱਲੋਂ ਮੀਟਿੰਗ ਕੀਤੀ ਜਾ ਰਹੀ ਕਿ ਹੁਣ ਅੱਗੇ ਚੰਡੀਗੜ੍ਹ ਦੇ ਵਿੱਚ ਕਿਵੇਂ ਜਿਹੜਾ ਅੱਗੇ ਵਧਿਆ ਜਾਵੇ। ਤੇ ਇੱਥੇ ਜਿਹੜੀ ਸਥਿਤੀ ਜਿਹੜੀ ਕਿ ਤਣਾਅਪੂਰਨ ਬਣੀ ਹੋਈ ਹੈ ਕਿ ਤੁਸੀਂ ਦੇਖ ਸਕਦੇ ਹੋ ਕਿ ਮੋਹਾਲੀ ਦਾ ਜਿਹੜਾ ਬੈਰੀਕੇਡ ਤਾਂ ਕ੍ਰਾਸ ਕਰਕੇ ਇਹ ਅੱਗੇ ਵਧ ਆਏ ਨੇ। ਦੱਸ ਦਈਏ ਕਿ ਕੱਚੇ ਅਧਿਆਪਕ ਪਿਛਲੇ 36 ਦਿਨਾਂ ਤੋਂ ਲਗਾਤਾਰ ਪ੍ਰੋਟੈਸਟ ਕਰ ਰਹੇ ਨੇ ਤੇ ਆਪਣੀਆਂ ਮੰਗਾਂ ਨੂੰ ਲੈ ਕੇ ਸਿੱਖਿਆ ਵਿਭਾਗ ਦੀ ਬਿਲਡਿੰਗ ਦੇ ਉੱਪਰ ਵੀ ਡਟੇ ਹੋਏ ਨੇ ਤੇ ਇਹਦੇ ਨਾਲ ਨੀਚੇ ਵੀ ਜਿਹੜੇ ਕਿ ਲਗਾਤਾਰ ਬੈਠੇ ਨੇ। ਲੇਕਿਨ ਸਰਕਾਰ ਵੱਲੋਂ ਕੋਈ ਵੀ ਆਸ਼ਵਾਸਨ ਜਿਹੜਾਗਾ ਇਹਨਾਂ ਨੂੰ ਨਹੀਂ ਦਿੱਤਾ ਗਿਆ। ਰਣਨੀਤੀ ਇਹਨਾਂ ਵੱਲੋਂ ਤਿਆਰ ਕੀਤੀ ਜਾ ਰਹੀ ਹੈਗੀ। ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਸਥਿਤੀ ਇੱਥੇ ਤਣਾਅਪੂਰਨ ਬਣੀ ਹੋਈ ਹੈ। ਚੰਡੀਗੜ੍ਹ ਪੁਲਿਸ ਵੱਲੋਂ ਵੀ ਇਹਨਾਂ ਨੂੰ ਇੱਥੇ ਰੋਕਣ ਦੀ ਜਿਹੜੀ ਕਿ ਪੂਰੀ ਕੋਸ਼ਿਸ਼ ਕੀਤੀ ਜਾਏਗੀ। ਦੇਖ ਸਕਦੇ ਹੋ ਨਾਕਾ ਘੋੜਾ ਸਵਾਰ ਪੁਲਿਸ ਵੀ ਇੱਥੇ ਜਿਹੜੀ ਲਗਾਈ ਗਈ ਹੈ। 3 ਬੈਰੀਕੇਡ ਜਿਹੜੇ ਇੱਥੇ ਲਗਾਏ ਗਏ ਨੇ ਤਾਂ ਕਿ ਇਹ ਅਧਿਆਪਕ ਬੈਰੀਕੇਡ ਤੋੜ ਕੇ ਅੱਗੇ ਚੰਡੀਗੜ੍ਹ ਵੱਲ ਨਾ ਐਂਟਰ ਹੋਣ। ਸਥਿਤੀ ਇੱਥੇ ਤਣਾਅਪੂਰਨ ਬਣੀ ਹੋਈ ਹੈ। ਕਦੇ ਵੀ ਅਧਿਆਪਕ ਜਿਹੜੇ ਕਿ ਬੈਰੀਕੇਡ ਤੋੜ ਕੇ ਅੱਗੇ ਵਧਣ ਦੀ ਕੋਸ਼ਿਸ਼ ਕਰਨਗੇ। ਦੱਸ ਦਈਏ ਕਿ ਪਿਛਲੀ ਵਾਰ ਵੀ ਇਹਨਾਂ ਅਧਿਆਪਕਾਂ ਵੱਲੋਂ ਇਹ ਬੈਰੀਕੇਡ ਤੋੜ ਕੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਗਈ ਸੀ, ਜਿੱਥੇ ਇਹਨਾਂ ਦੇ ਉੱਪਰ ਅਥਰੂ ਗੈਸ, ਪਾਣੀ ਦੀਆਂ ਬੁਛਾਰਾਂ, ਲਾਠੀ ਚਾਰਜ ਦਾ ਜਿਹੜਾਗਾ ਪ੍ਰਯੋਗ ਪੁਲਿਸ ਵੱਲੋਂ ਕੀਤਾ ਗਿਆ ਸੀਗਾ ਇਹਨਾਂ ਨੂੰ ਤਿੱਤਰ-ਬਿੱਤਰ ਕਰਨ ਵਾਸਤੇ। ਸੋ ਅੱਜ ਵੀ ਚੰਡੀਗੜ੍ਹ ਪੁਲਿਸ ਵੱਲੋਂ ਇਹਨਾਂ ਨੂੰ ਚੇਤਾਵਨੀ ਵੀ ਦਿੱਤੀ ਜਾ ਰਹੀ ਹੈ ਕਿ ਚੰਡੀਗੜ੍ਹ ਦੇ ਵਿੱਚ ਧਾਰਾ 144 ਲੱਗੀ ਹੋਈ ਹੈ। ਅਥਰੂ ਗੈਸ ਤੇ ਪਾਣੀ ਦੀਆਂ ਬੁਛਾਰਾਂ ਨਾਲ ਤੁਹਾਨੂੰ ਨੁਕਸਾਨ ਹੋ ਸਕਦਾ ਹੈਗਾ। ਇਹ ਵੀ ਕਿਹਾ ਗਿਆ ਹੈਗਾ ਕਿ ਚੇਤਾਵਨੀ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਅਗਰ ਤੁਸੀਂ ਅੱਗੇ ਵਧਦੇ ਹੋ ਤੁਹਾਡੇ ਉੱਪਰ ਕਾਨੂੰਨੀ ਕਾਰਵਾਈ ਜਿਹੜੀ ਹੈਗੀ ਹੋ ਸਕਦੀ ਹੈ। ਚੰਡੀਗੜ੍ਹ ਦੀਆਂ ਇਹ ਤਸਵੀਰਾਂ ਤੁਸੀਂ ਬਾਰਡਰ ਦੀਆਂ ਤਸਵੀਰਾਂ ਦੇਖ ਰਹੇ ਹੋ। ਦੂਜੇ ਪਾਸੇ ਕੱਚੇ ਅਧਿਆਪਕ ਅੱਗੇ ਵਧਣ ਲਈ ਤਿਆਰ ਨੇ। ਰਣਨੀਤੀ ਇਹਨਾਂ ਵੱਲੋਂ ਤਿਆਰ ਕੀਤੀ ਜਾ ਰਹੀ ਹੈ। ਜਿਹੜੇ ਇਹਨਾਂ ਦੇ ਕਨਵੀਨਰ ਨੇ ਉੱਥੇ ਖੜੇ ਤੁਸੀਂ ਦੇਖ ਸਕਦੇ ਹੋ ਕਿ ਉਹ ਖੜੇ ਅਗਲੀ ਰਣਨੀਤੀ ਤਿਆਰ ਕਰ ਰਹੇ ਨੇ ਕਿ ਅੱਗੇ ਕਿਸ ਤਰੀਕੇ ਦੇ ਨਾਲ ਵਧਿਆ ਜਾਵੇ। ਮੋਹਾਲੀ ਦੇ ਜਿਹੜਾ ਬੈਰੀਅਰ ਹੈ ਉਹ ਤੋੜ ਕੇ ਜਿਹੜੇ ਕਿ ਅੱਗੇ ਵਧ ਆਏ ਨੇ। ਮੋਹਾਲੀ ਪੁਲਿਸ ਦਾ ਜਿਹੜਾ ਬੈਰੀਕੇਡ ਤੋੜ ਕੇ ਅੱਗੇ ਵਧ ਆਏ ਨੇ। ਸਥਿਤੀ ਇੱਥੇ ਜਿਹੜੀ ਕਿ ਤਣਾਅਪੂਰਨ ਬਣੀ ਹੋਈ ਹੈ। ਜਿਵੇਂ ਕਿ ਅਧਿਆਪਕਾਂ ਨਾਲ ਸਾਡੀ ਗੱਲਬਾਤ ਹੋਈ, ਉਹਨਾਂ ਦਾ ਇਹੀ ਕਹਿਣਾ ਸੀਗਾ ਕਿ ਸਾਨੂੰ ਚਾਹੇ ਗੋਲੀਆਂ ਮਾਰ ਦਿਓ, ਸਾਨੂੰ ਚਾਹੇ ਕਿ ਅੰਦਰ ਕਰ ਦਿਓ, ਲੇਕਿਨ ਉਹ ਆਪਣੀਆਂ ਮੰਗਾਂ ਮਨਾਏ ਬਗੈਰ ਜਿਹੜਾਗਾ ਵਾਪਸ ਨਹੀਂ ਜਾਣਗੇ। ਆਪਣੀਆਂ ਮੰਗਾਂ ਮੰਗਾਏ ਬਗੈਰ ਨਹੀਂ ਜਾਣਗੇ। ਦੱਸ ਦਈਏ ਕਿ ਇਹਦੇ ਨਾਲ ਸਿਸਮਾ ਜਿਹੜਾ ਕਿ ਮੁੱਖ ਮੰਤਰੀ ਦਾ ਫਾਰਮ ਹਾਊਸ ਹੈ, ਉੱਥੇ ਵੀ ਜਿਹੜੇ ਕਿ ਪੱਕੇ ਅਧਿਆਪਕ ਆਪਣੀਆਂ ਮੰਗਾਂ ਨੂੰ ਲੈ ਕੇ ਡਟੇ ਹੋਏ ਨੇ। ਉਹਨਾਂ ਵੱਲੋਂ ਵੀ ਜਿਹੜਾ ਹੈਗਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਘਰ ਦਾ ਘਿਰਾਓ ਕਰਨ ਦੀ ਤਿਆਰੀ ਜਿਹੜੀ ਕੀਤੀ ਜਾ ਰਹੀ ਹੈਗੀ। ਉੱਥੇ ਵੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿ ਅਧਿਆਪਕਾਂ ਦੇ ਨਾਲ ਉਹਨਾਂ ਦੇ ਬੱਚੇ ਵੀ ਜਿਹੜੇ ਕਿ ਡਟੇ ਹੋਏ ਨੇ। ਚੰਡੀਗੜ੍ਹ ਦੇ ਵਿੱਚ ਕੱਚੇ ਅਧਿਆਪਕਾਂ ਵੱਲੋਂ ਅੱਗੇ ਵਧਣ ਦੀ ਕੋਸ਼ਿਸ਼ ਜਿਹੜੀ ਕੀਤੀ ਜਾ ਰਹੀ ਹੈ। ਮੋਹਾਲੀ ਸਿਸਮਾ ਫਾਰਮ ਹਾਊਸ ਤੇ ਵੀ ਪੱਕੇ ਅਧਿਆਪਕਾਂ ਵੱਲੋਂ
ਕੈਪਟਨ ਅਮਰਿੰਦਰ ਸਿੰਘ ਦੇ ਘਰ ਦਾ ਘਿਰਾਓ ਕੀਤਾ ਜਾ ਰਿਹਾ। ਇੱਧਰ ਕੱਚੇ ਅਧਿਆਪਕਾਂ ਵੱਲੋਂ ਚੰਡੀਗੜ੍ਹ ਦੇ ਵਿੱਚ ਜਿਹੜਾ ਹੈਗਾ ਮੁੱਖ ਮੰਤਰੀ ਦੇ ਘਰ ਦੇ ਘਿਰਾਓ ਕਰਨ ਦੀ ਜਿਹੜੀ ਤਿਆਰੀ ਕੀਤੀ ਜਾ ਰਹੀ ਹੈ। ਮੋਹਾਲੀ ਪੁਲਿਸ ਦਾ ਬੈਰੀਕੇਡ ਤੋੜ ਕੇ ਅੱਗੇ ਵਧਿਆ। ਹੁਣ ਮੋਹਾਲੀ ਪੁਲਿਸ ਵੱਲੋਂ ਵੀ ਇੱਧਰ ਜਿਹੜਾ ਹੈਗਾ ਚੰਡੀਗੜ੍ਹ ਵਾਲੇ ਪਾਸੋਂ ਕਵਰ ਕੀਤਾ ਜਾ ਰਿਹਾ ਤਾਂ ਕਿ ਇਹਨਾਂ ਅਧਿਆਪਕਾਂ ਨੂੰ ਇੱਥੇ ਰੋਕਿਆ ਜਾ ਸਕੇ। ਬਜ਼ੁਰਗ ਵੀ ਇੱਥੇ ਪਹੁੰਚੇ, ਇਹਨਾਂ ਨਾਲ ਵੀ ਗੱਲ ਕਰਦੇ ਹਾਂ ਅਸੀਂ। ਤੁਸੀਂ ਵੀ ਸਰ ਅਧਿਆਪਕਾਂ ਦਾ ਸਾਥ ਦੇਣ ਵਾਸਤੇ ਪਹੁੰਚੇ, ਦੱਸੋ ਕੀ ਕਹੋਗੇ ਆ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਪੁਲਿਸ ਵੱਲੋਂ? ਮੈਂ ਮਾਸਟਰ ਗੁਰਚਰਨ ਖੋਖਰ ਰਿਟਾਇਰਡ ਹੈਡ ਟੀਚਰ ਲਹਿਰਾ ਗਾਗੇ ਤੋਂ ਜੀ, ਬਲਾਕ ਆਗੂਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦਾ। ਇਹਨਾਂ ਬੱਚਿਆਂ ਨਾਲ ਅੱਜ ਤੋਂ 4.5 ਸਾਲ ਪਹਿਲਾਂ ਕੈਪਟਨ ਸਰਕਾਰ ਨੇ ਇਹਨਾਂ ਦੇ ਧਰਨੇ 'ਚ ਆ ਕੇ ਇੱਕ ਵਾਅਦਾ ਕੀਤਾ ਸੀ ਵੀ ਮੈਂ ਤੁਹਾਨੂੰ ਸਾਰਿਆਂ ਨੂੰ ਪੱਕੇ ਕਰੂੰਗਾ, ਮੈਨੂੰ ਵੋਟਾਂ ਪਾ ਕੇ ਮੈਨੂੰ ਸੱਤਾ 'ਚ ਲਿਆਓ। ਸੱਤਾ 'ਚ ਆਉਣ ਤੋਂ ਬਾਅਦ 4.5 ਸਾਲ ਦਾ ਸਮਾਂ ਹੋ ਗਿਆ, ਇਹਨਾਂ ਅਧਿਆਪਕਾਂ ਦੀ ਇੱਕ ਵੀ ਗੱਲ ਨਹੀਂ ਸੁਣੀ ਗਈ, ਨਾ ਤਨਖਾਹ ਵਧਾਈ ਗਈ ਤੇ ਨਾ ਇਹਨਾਂ ਨੂੰ ਪੱਕੇ ਕਰਿਆ ਗਿਆ। ਇਹ ਅੱਧੀ ਉਮਰ ਇਹਨਾਂ ਦੀ ਲੰਘ ਚੁੱਕੀ ਆ। ਹੁਣ ਇਹ ਮਰਨ ਤੇ ਜਿਉਣ ਦੇ ਦੋਨਾਂ 'ਚੋਂ ਇੱਕ ਰਸਤਾ ਚੁਣਿਆ ਇਹਨਾਂ ਨੇ। ਇਸ ਕਰਕੇ ਅੱਜ ਇਹਨਾਂ ਨਾਲ ਕੋਈ ਵਾਅਦਾ ਸੀ ਪੱਕੇ ਕਰਨ ਦਾ। ਅੱਜ ਕੈਬਨਿਟ ਦੀ ਮੀਟਿੰਗ ਸੀ, ਉਹ ਸ਼ਾਇਦ ਅੱਜ ਮੀਟਿੰਗ ਨਹੀਂ ਹੋ ਰਹੀ। ਇਸ ਕਰਕੇ ਇਹਨਾਂ ਦਾ ਗੁੱਸਾ ਇਹ ਕੈਪਟਨ ਦੇ ਹਾਊਸ ਵੱਲ ਨੂੰ ਵਧਣਗੇ। ਪੁਲਿਸ ਜਾਂ ਪ੍ਰਸ਼ਾਸਨ ਜਿੰਨਾ ਮਰਜ਼ੀ ਧੱਕਾ ਕਰੇ, ਉਹ ਚਾਹੇ ਗੋਲੀਆਂ ਚਲਾਵੇ, ਚਾਹੇ ਪਾਣੀ ਦੀਆਂ ਵਿਛਾੜਾਂ ਚਲਾਵੇ, ਚਾਹੇ ਘੋੜਿਆਂ ਤੇ ਚੜ੍ਹ ਕੇ ਇਹਨਾਂ ਨੂੰ ਟੀਚਰਾਂ ਨੂੰ ਕੁੱਟੇ, ਇਹ ਉਹਦੇ ਕੈਪਟਨ ਦੇ ਹਾਊਸ ਤੱਕ ਜਾਣ ਹਰ ਹਾਲਤ ਜਾਣਗੇ। ਬਿਲਕੁਲ ਜੀ, ਹੌਸਲੇ ਜਿਹੜੇ ਕਿ ਇੱਥੇ ਲਗਾਤਾਰ ਬੁਲੰਦ ਨੇ ਤੇ ਲਗਾਤਾਰ ਇਹਨਾਂ ਦੀਆਂ ਮੀਟਿੰਗਾਂ ਵੀ ਚੱਲ ਰਹੀਆਂ। ਅਸੀਂ ਦੇਖ ਸਕਦੇ ਇੱਥੇ ਸਥਿਤੀ ਜਿਹੜੀ ਕਿ ਤਣਾਅਪੂਰਨ ਹੁੰਦੀ ਜਾ ਰਹੀ ਹੈ। ਐਸਡੀਐਮ ਮੋਹਾਲੀ ਪਹੁੰਚੇ ਨੇ, ਉਹਨਾਂ ਨਾਲ ਜਿਹੜੀ ਕਿ ਗੱਲਬਾਤ ਹੋ ਰਹੀ ਹੈ ਆਪਾਂ ਦਿਖਾਉਂਦੇ ਹਾਂ ਤੁਹਾਨੂੰ। ਐਸਡੀਐਮ ਮੋਹਾਲੀ ਨਾਲ ਫਿਰ ਜਿਹੜੀ ਕਿ ਇਹਨਾਂ ਨਾਲ ਗੱਲਬਾਤ ਹੋ ਰਹੀ ਹੈ। ਮੋਹਾਲੀ ਪ੍ਰਸ਼ਾਸਨ ਨਾਲ ਮੀਟਿੰਗ ਜਿਹੜੀ ਕਰਨ ਦਵਾਇਆ ਜਾ ਰਿਹਾ। ਐਸਡੀਐਮ ਅਤੇ ਪ੍ਰਸ਼ਾਸਨ ਦੀ ਮੀਟਿੰਗ ਮੋਹਾਲੀ ਪ੍ਰਸ਼ਾਸਨ ਅਤੇ ਬੱਚੇ ਅਧਿਆਪਕਾਂ ਦੇ ਨਾਲ ਮੀਟਿੰਗ ਹੋ ਰਹੀ ਹੈ। ਤੁਸੀਂ ਦੇਖਿਓ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਹਨਾਂ ਨੂੰ ਸਮਝਾਇਆ ਜਾ ਰਿਹਾ। ਸਿੱਟਾ ਕੀ ਨਿਕਲਦਾ ਉਹ ਦੇਖਦੇ ਆ, ਕਿਉਂਕਿ ਲਗਾਤਾਰ ਮੋਹਾਲੀ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਭਰੋਸਾ ਦਿਵਾਇਆ ਗਿਆ ਸੀਗਾ ਕਿ ਤੁਹਾਡੀ ਜਿਹੜੀ ਆ ਮੰਗਾਂ ਨੂੰ ਲੈ ਕੇ ਜਿਹੜੀ ਕਿ ਸਰਕਾਰ ਦੇ ਨੁਮਾਇੰਦੇ ਹੈਗੇ ਉਹਨਾਂ ਨਾਲ ਮੀਟਿੰਗ ਹੋਏਗੀ। ਸਥਿਤੀ ਇੱਥੇ ਜਿਹੜੀ ਕਿ ਤਣਾਅਪੂਰਨ ਬਣਦੀ ਜਾ ਰਹੀ ਹੈ ਜੀ। ਤਸਵੀਰਾਂ ਚੰਡੀਗੜ੍ਹ ਮੋਹਾਲੀ ਬਾਰਡਰ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ, ਜਿੱਥੇ ਪ੍ਰਸ਼ਾਸਨ ਵੱਲੋਂ ਵੀ ਜਿਹੜੀ ਕਿ ਉਹਨਾਂ ਨਾਲ ਅਧਿਕਾਰ ਹੈ, ਲੇਕਿਨ ਇਹਨਾਂ ਦਾ ਇਹੀ ਕਹਿਣਾ ਕਿ ਅਸੀਂ ਜਿਹੜਾ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਘਰ ਵੱਲ ਵਧਣਾ ਹੀ ਵਧਣਾ ਹੈਗਾ, ਜਦੋਂ ਤੱਕ ਉਹਨਾਂ ਨੂੰ ਕੋਈ ਭਰੋਸਾ ਜਾਂ ਕੋਈ ਰਿਟਰਨ ਦੇ ਵਿੱਚ ਕੋਈ ਉਹਨਾਂ ਦੀਆਂ ਮੰਗਾਂ ਨੂੰ ਲੈ ਕੇ ਕੋਈ ਆਸ਼ਵਾਸਨ ਨਹੀਂ ਮਿਲਦਾ। ਇੱਕ ਵਾਰ ਫਿਰ ਜਿਹੜੇ ਕਿ ਨੁਮਾਇੰਦੇ ਜਿਹੜੇ ਨੇ ਕੱਚੇ ਅਧਿਆਪਕਾਂ ਦੇ, ਉਹ ਆਪਸ ਦੇ ਵਿੱਚ ਮੀਟਿੰਗ ਕਰ ਰਹੇ ਨੇ ਕਿ ਅੱਗੇ ਦੀ ਰਣਨੀਤੀ ਕੀ ਕਰੀ ਜਾਏ। ਲੇਕਿਨ ਤੁਸੀਂ ਆਹ ਤਸਵੀਰਾਂ ਦੇਖ ਰਹੇ ਹੋ ਕਿ ਮੋਹਾਲੀ ਪੁਲਿਸ ਅਤੇ ਚੰਡੀਗੜ੍ਹ ਪੁਲਿਸ ਵੱਲੋਂ ਇਹਨਾਂ ਨੂੰ ਇੱਥੇ ਜ਼ਰੂਰ ਜਿਹੜਾ ਹੈਗਾ ਰੋਕਿਆ ਜਾਏਗਾ। ਮੋਹਾਲੀ ਦੇ ਵਿੱਚ ਸਥਿਤੀ ਜਿਹੜੀ ਹੈਗੀ ਲਗਾਤਾਰ ਤਣਾਅਪੂਰਨ ਬਣੀ ਹੋਈ ਹੈ, ਕਿਉਂਕਿ ਕੱਚੇ ਅਧਿਆਪਕਾਂ ਦਾ ਕਹਿਣਾ ਕਿ ਅਸੀਂ ਆਪਣੀ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਘਰ ਦਾ ਘਿਰਾਓ ਕਰਨਾ ਹੈਗਾ, ਤੇ ਦੂਜੇ ਪਾਸੇ
ਪੁਲਿਸ ਉਹਨਾਂ ਨੂੰ ਫਿਰ ਆਸ਼ਵਾਸਨ ਦਵਾ ਰਹੀ ਹੈ। ਪ੍ਰਸ਼ਾਸਨ, ਮੋਹਾਲੀ ਪ੍ਰਸ਼ਾਸਨ ਨੂੰ ਆਸ਼ਵਾਸਨ ਦਵਾਇਆ ਜਾ ਰਿਹਾ ਕਿ ਉਹਨਾਂ ਦੀ ਜਿਹੜੀ ਕਿ ਮੀਟਿੰਗ ਕਰਵਾ ਦਿੰਦੇ ਆ, ਲੇਕਿਨ ਕੱਚੇ ਅਧਿਆਪਕ ਡਟੇ ਹੋਏ ਨੇ ਹਜੇ ਵੀ। ਚੰਡੀਗੜ੍ਹ ਪੁਲਿਸ ਵੱਲੋਂ ਚੇਤਾਵਨੀ ਵੀ ਦਿੱਤੀ ਜਾ ਰਹੀ ਹੈ ਕਿ ਚੰਡੀਗੜ੍ਹ ਦੇ ਵਿੱਚ ਧਰਨਿਆਂ ਤੇ ਰੋਸ ਪ੍ਰਦਰਸ਼ਨ ਦੇ ਉੱਪਰ ਜਿਹੜੀ ਹੈਗੀ ਮਨਾਹੀ ਹੈਗੀ। ਅਗਰ ਤੁਸੀਂ ਅੱਗੇ ਵਧਦੇ ਹੋ, ਤੁਹਾਡੇ ਉੱਪਰ ਜਿਹੜੀ ਕਾਨੂੰਨੀ ਕਾਰਵਾਈ ਜਿਹੜੀ ਕਿ ਕੀਤੀ ਜਾਏਗੀ। ਨੋਟਿਸ, ਚੇਤਾਵਨੀ ਜਿਹੜਾ ਹੈਗਾ ਬੋਰਡ ਵੀ ਲੈ ਕੇ ਜਿਹੜੇ ਕਿ ਚੰਡੀਗੜ੍ਹ ਪੁਲਿਸ ਦੇ ਮੁਲਾਜ਼ਮ ਇੱਥੇ ਖੜੇ ਨੇ ਬਾਰਡਰ ਦੇ ਉੱਪਰ। ਮੋਹਾਲੀ ਪੁਲਿਸ ਦਾ ਜਿਹੜਾ ਹੈਗਾ ਬੈਰੀਕੇਡ ਤੋੜ ਕੇ ਕੱਚੇ ਅਧਿਆਪਕ ਅੱਗੇ ਵਧੇ ਆਏ ਨੇ ਤੇ ਹੁਣ ਚੰਡੀਗੜ੍ਹ ਵੱਲ ਵਧਣ ਦੀ ਜਿਹੜੀ ਕਿ ਤਿਆਰੀ ਕਰ ਰਹੇ ਨੇ। ਸਥਿਤੀ ਜਿਹੜੀ ਹੈਗੀ ਇੱਥੇ ਤਣਾਅਪੂਰਨ ਬਣੀ ਹੋਈ ਹੈ। ਚੰਡੀਗੜ੍ਹ ਪੁਲਿਸ ਵੱਲੋਂ ਬੈਰੀਕੇਡ, ਘੋੜਾ ਸਵਾਰ ਪੁਲਿਸ, ਅਥਰੂ ਗੈਸ, ਪਾਣੀ ਦੀਆਂ ਬੁਛਾਰਾਂ ਦਾ ਜਿਹੜਾ ਹੈਗਾ ਇੰਤਜ਼ਾਮ ਇੱਥੇ ਇਹਨਾਂ ਨੂੰ ਰੋਕਣ ਵਾਸਤੇ ਕੀਤਾ ਗਿਆ ਹੈਗਾ। ਸਥਿਤੀ ਤਣਾਅਪੂਰਨ ਬਣੀ ਹੋਈ ਹੈ। ਇੱਕ ਵਾਰ ਫਿਰ ਕੱਚੇ ਅਧਿਆਪਕਾਂ ਨਾਲ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਜਿਹੜੇ ਕਿ ਲਗਾਤਾਰ ਪਿਛਲੇ 36 ਦਿਨਾਂ ਤੋਂ ਉਹ ਇੱਥੇ ਬੈਠੇ ਨੇ ਤੇ ਲਗਾਤਾਰ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰ ਰਹੇ ਨੇ। ਇਹ ਦੇਖੋ ਤੁਸੀਂ ਕਿ ਨੋਟਿਸ ਬੋਰਡ ਵੀ ਜਿਹੜਾ ਗਾ ਲਗਾਇਆ ਗਿਆ ਹੈਗਾ ਕਿ ਤੁਸੀਂ ਅਗਰ ਅੱਗੇ ਵਧੋਗੇ ਤਾਂ ਤੁਹਾਡੇ ਉੱਪਰ ਜਿਹੜੀ ਕਿ ਕਾਰਵਾਈ ਕੀਤੀ ਜਾਏਗੀ। ਚੰਡੀਗੜ੍ਹ ਪੁਲਿਸ ਦੇ 2 ਮੁਲਾਜ਼ਮ ਨੋਟਿਸ ਬੋਰਡ ਵੀ ਲੈ ਕੇ ਖੜੇ ਨੇ। ਚੰਡੀ ਕੀ ਕਾਰਵਾਈ ਰਹੇਗੀ ਅਗਲੀ ਦੀ? ਹੁਣ ਜੀ ਕਾਰਵਾਈ ਸਰ 5 ਕਨਵੀਨਰਾਂ ਦੀ ਮੀਟਿੰਗ ਹੋ ਰਹੀ ਹੈ ਜੀ, ਤੇ ਜੋ ਵੀ ਡਿਸੀਜਨ ਆਊਗਾ ਫਿਰ ਸਾਨੂੰ ਉਹੀ ਕਾਰਵਾਈ ਪਾਵਾਂਗੇ ਅੱਗੇ ਜੀ। ਚੰਡੀਗੜ੍ਹ ਦੇ ਵਿੱਚ ਚੇਤਾਵਨੀ ਵੀ ਦਿੱਤੀ ਜਾ ਰਹੀ ਹੈ ਤੁਹਾਨੂੰ ਕਿ ਚੇਤਾਵਨੀ ਦਿੱਤੀ, ਪਰ ਅਸੀਂ ਤੁਹਾਨੂੰ ਪਤਾ 35 ਦਿਨ ਹੋ ਗਏ ਮਰਨ ਦੇ ਆ, ਤੇ ਚੇਤਾਵਨੀ ਦੇ ਬਾਵਜੂਦ ਵੀ ਜੇ ਕਨਵੀਨਰ ਮਤਾ ਪਾਸ ਕਰਦੇ ਨੇ ਵੀ ਅੱਗੇ ਟੱਪਣਾ ਤੇ ਜ਼ਰੂਰ ਟੱਪਾਂਗੇ। ਬਿਲਕੁਲ ਆ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਦੇ ਜਿਹੜੇ ਕਨਵੀਨਰ ਨੇ ਉਹਨਾਂ ਦੀ ਮੀਟਿੰਗ ਹੋ ਰਹੀ। ਮੀਟਿੰਗ ਤੋਂ ਬਾਅਦ ਜੋ ਵੀ ਫੈਸਲਾ ਹੋਇਆ ਤਾਂ ਉਹਨਾਂ ਦਾ ਕਹਿਣਾ ਕਿ ਅਸੀਂ ਅੱਗੇ ਜਿਹੜਾ ਹੈਗਾ ਵਧਾਂਗੇ, ਚਾਹੇ ਉਹਨਾਂ ਦੇ ਉੱਪਰ ਕਿਸੇ ਵੀ ਤਰ੍ਹਾਂ ਦਾ ਲਾਠੀ ਚਾਰਜ ਹੋਏ। ਚੰਡੀਗੜ੍ਹ ਦੇ ਮੋਹਾਲੀ ਬਾਰਡਰ ਦੇ ਉੱਪਰ ਸੜਕ ਦੇ ਉੱਪਰ ਇਹ ਅਧਿਆਪਕ ਬੈਠੇ ਨੇ। ਸਥਿਤੀ ਹਜੇ ਵੀ ਇੱਥੇ ਤਣਾਅਪੂਰਨ ਬਣੀ ਹੋਈ ਹੈ। ਕਦੇ ਵੀ ਇਹ ਅਧਿਆਪਕ ਜਿਹੜਾ ਗਾ ਚੰਡੀਗੜ੍ਹ ਦਾ ਬੈਰੀਕੇਡ ਤੋੜ ਕੇ ਅੱਗੇ ਵਧਣ ਦੀ ਕੋਸ਼ਿਸ਼ ਕਰਨਗੇ। ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਗਿਆ ਮਹਿਲਾ ਅਧਿਆਪਕ ਪਹੁੰਚੇ ਤੇ ਨਾਲ ਇਹਨਾਂ ਦੇ ਬੱਚੇ ਵੀ ਇੱਥੇ ਪਹੁੰਚੇ ਹੋਏ।
ਇੱਥੇ ਹੀ ਬੈਠ ਗਏ ਹੋ ਕਿ ਕੀ ਰਣਨੀਤੀ ਹੈ ਜੀ ਹੁਣ? ਸਰ ਰਣਨੀਤੀ ਤਾਂ ਇਹ ਹੀ, ਜ਼ੋਰ ਤਾਂ ਮਾਰਾਂਗੇ, ਆਪਣੇ ਹੱਕ ਸੱਚਾਂ ਦੇ ਖਾਤਰ ਖੜਾਂਗੇ, ਜੋ ਹੋਣਾ ਹੋਇਆ ਹੋ ਜਾਊਗਾ ਜੀ, ਪਰ ਆਪਾਂ ਪਿੱਛੇ ਨਹੀਂ ਹਟਾਂਗੇ। ਕਿ ਤੁਹਾਨੂੰ ਚੇਤਾਵਨੀ ਦਿੱਤੀ ਜਾ ਰਹੀ ਹੈ ਕਿ ਅੱਗੇ ਵਧੋਗੇ ਕਾਰਵਾਈ ਹੋਏਗੀ। ਭਾਵੇਂ ਸਾਨੂੰ ਜਿਹੜੀ ਮਰਜ਼ੀ ਕਾਰਵਾਈ ਕਰੇ ਪ੍ਰਸ਼ਾਸਨ, ਅਸੀਂ ਆਪਣੀਆਂ ਜਾਨਾਂ ਵਾਰ ਕੇ ਵੀ ਅੱਗੇ ਵਧਾਂਗੇ। ਬਿਲਕੁਲ ਜੀ, ਲਗਾਤਾਰ ਅੱਗੇ ਵਧਣ ਦੀ ਗੱਲ ਕਹਿ ਰਹੇ ਨੇ ਕਿ ਪ੍ਰਸ਼ਾਸਨ ਵੱਲੋਂ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਕੀਤੀ ਜਾਵੇ, ਲੇਕਿਨ ਅਸੀਂ ਜਿਹੜਾ ਗਾ ਆਪਣੇ ਜਿਹੜੇ ਕਿ ਇਹਨਾਂ ਦੇ ਕਨਵੀਨਰ ਨੇ ਉਹ ਫੈਸਲਾ ਲੈਣਗੇ। ਉਹਨਾਂ ਦੇ ਫੈਸਲੇ ਤੋਂ ਬਾਅਦ ਜੋ ਵੀ ਫੈਸਲਾ ਹੋਏਗਾ ਉਹ ਉਹਨਾਂ ਨੂੰ ਮਨਜ਼ੂਰ ਹੋਗਾ। ਜੇ ਅੱਗੇ ਵਧਣ ਨੂੰ ਕਹਿਣਗੇ ਤਾਂ ਉਹ ਅੱਗੇ ਵਧਣਗੇ। ਸੋ ਸਥਿਤੀ ਜਿਹੜੀ ਹੈਗੀ ਇੱਥੇ ਚੰਡੀਗੜ੍ਹ ਤੇ ਮੋਹਾਲੀ ਬਾਰਡਰ ਦੇ ਉੱਪਰ ਤਣਾਅਪੂਰਨ ਬਣੀ ਹੋਈ ਹੈਗੀ। ਲਗਾਤਾਰ ਜਿਹੜੇ ਕਿ ਕੱਚੇ ਅਧਿਆਪਕ ਆਪਣੀਆਂ ਮੰਗਾਂ ਨੂੰ ਲੈ ਕੇ ਡਟੇ ਹੋਏ ਨੇ ਤੇ ਅੱਗੇ ਵਧਣ ਦੀ ਵੀ ਜਿਹੜੀ ਕਿ ਕੋਸ਼ਿਸ਼ ਕਰਨਗੇ। ਦੱਸ ਦਈਏ ਕਿ ਪਿਛਲੇ 36 ਦਿਨਾਂ ਤੋਂ ਇਹ ਕੱਚੇ ਅਧਿਆਪਕ ਸਿੱਖਿਆ ਵਿਭਾਗ ਦੀ ਬਿਲਡਿੰਗ ਦੇ ਬਾਹਰ ਆਪਣੀਆਂ ਮੰਗਾਂ ਨੂੰ ਲੈ ਕੇ ਡਟੇ ਹੋਏ ਨੇ। ਫਿਰ ਇੱਕ ਵਾਰੀ ਤੁਹਾਨੂੰ ਦਿਖਾ ਦਈਏ ਬਾਰਡਰ ਦੀਆਂ ਤਸਵੀਰਾਂ। ਚੰਡੀਗੜ੍ਹ ਦਾ ਜਿਹੜਾ ਪੁਲਿਸ ਵੱਲੋਂ ਬੈਰੀਕੇਡ ਲਗਾਏ ਗਏ ਨੇ, ਇਹ ਤੁਸੀਂ ਦੇਖ ਸਕਦੇ ਹੋ ਕਿ ਚੰਡੀਗੜ੍ਹ ਪੁਲਿਸ ਵੱਲੋਂ ਬੈਰੀਕੇਡ ਲਗਾਏ ਗਏ ਨੇ ਉੱਥੇ। ਇਹਨਾਂ ਨੂੰ ਜਿਹੜਾ ਬਾਰਡਰ ਦੇ ਜਿਹੜਾ ਹੈਗਾ ਪੁਲਿਸ ਵੱਲੋਂ ਇੱਥੇ ਪਿਛਲੀ ਵਾਰ ਵੀ ਜਦੋਂ ਇਹ ਅਧਿਆਪਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਘਰ ਦਾ ਘਿਰਾਓ ਕਰ ਰਹੇ ਸੀਗੇ ਤਾਂ ਇਹਨਾਂ ਦੇ ਉੱਪਰ ਅਥਰੂ ਗੈਸ ਪਾਣੀ